गुड मॉर्निंग बेटे। लो बेटे, ਅੱਜ ਜਿਹੜਾ ਅਸੀਂ ਆਰਟੀਕਲ ਕਰਨਾ ਹੈ, ਇਕੁਏਸ਼ਨਸ ਡਰਾਈਵ ਕਰਨੀ ਹੈ ਯੂਨੀਫਾਰਮਲੀ ਐਕਸਲਰੇਟਡ ਮੋਸ਼ਨ ਵਾਸਤੇ। ਠੀਕ ਹੈ ਜੀ। ਤਾਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਐਕਸਲਰੇਸ਼ਨ ਕੀ ਹੈ, ਥੋੜਾ ਜਿਹਾ ਰਿਵਾਈਜ਼ ਕਰ ਲੈਂਦੇ। ਵਾਟ ਇਜ਼ ਐਕਸਲਰੇਸ਼ਨ? ਸਿੰਪਲ ਡੈਫੀਨੇਸ਼ਨ ਆਪਾਂ ਕੀ ਦਿੱਤੀ ਸੀ ਬੇਟੇ? ਆਪਾਂ ਕਿਹਾ ਸੀ ਰੇਟ ਆਫ ਚੇਂਜ ਆਫ, ਹਾਂਜੀ, ਜਾਂ ਸਿੰਪਲੀ ਕਹੋ ਰੇਟ ਆਫ ਚੇਂਜ ਆਫ ਦੀ ਵੈਲੋਸਿਟੀ। ਇਹ ਹੈ ਜਿਹੜਾ ਉਹ ਆਪਾਂ ਕਿਹਾ ਸੀ ਡੈਲਟਾ ਵੀ ਬਾਈ ਡੈਲਟਾ ਟੀ। ਡੈਲਟਾ ਵੀ ਦਾ ਮਤਲਬ ਚੇਂਜ ਇਨ ਵੈਲੋਸਿਟੀ। ਮੰਨ ਲਓ ਕੋਈ ਦੋ ਇੰਟਰਵਲ ਹੈ v2 ਮਾਈਨਸ v1 ਡਿਵਾਈਡ ਬਾਈ t2 ਮਾਈਨਸ t1। ਠੀਕ ਹੈ ਜੀ। ਇਹ ਵੈਲਿਊ ਅਸੀਂ ਕੈਲਕੂਲੇਟ ਕਰ ਲਈ। ਫਿਰ ਆਪਾਂ ਕੀਤਾ ਸੀ ਇੰਸਟੈਂਟੇਨੀਅਸ ਐਕਸਲਰੇਸ਼ਨ, ਜਿੰਦੇ ਵਿੱਚ ਅਸੀਂ ਕੀ ਕੀਤਾ ਸੀ ਬੇਟੇ, ਟਾਈਮ ਇੰਟਰਵਲ ਨੂੰ ਬਹੁਤ ਜ਼ਿਆਦਾ ਛੋਟਾ ਕਰਤਾ ਸੀ, ਡੈਲਟਾ ਟੀ ਅਪਰੋਚਿਸ ਟੂ 0। ਤੇ ਜਿਹੜਾ ਆਹ ਵਾਲਾ ਨਿਸ਼ਾਨ ਹੈ ਡੈਲਟਾ ਤੋਂ ਛੱਡ ਕੇ ਆਪਾਂ ਡੈਰੀਵੇਟਿਵ ਦੀ ਫਾਰਮ ਚ ਲਿਖਣ ਲੱਗ ਗਏ ਸੀ a ਇਜ਼ ਇਕੁਅਲ ਟੂ dv ਬਾਈ dt। ਇਹਦਾ ਮਤਲਬ ਕੀ ਸੀ, ਐਟ ਅ ਪੁਆਇੰਟ, ਕਿਸੇ ਇੱਕ ਖਾਸ ਪੁਆਇੰਟ ਦੇ ਉੱਪਰ ਅਸੀਂ ਵੈਲਿਊ ਕੈਲਕੂਲੇਟ ਕਰਨੀ ਹੈ ਤਾਂ ਅਸੀਂ ਆਹ ਵਰਡ ਯੂਜ਼ ਕਰਦੇ ਹਾਂ ਇੰਸਟੈਂਟੇਨੀਅਸ। ਇੱਥੇ ਅਸੀਂ ਕੀ ਕਰਦੇ ਹਾਂ, ਇੱਕ ਇੰਟਰਵਲ ਦੇ ਵਿੱਚ ਕੈਲਕੂਲੇਟ ਕਰਦੇ ਹਾਂ, ਉਹ ਇੰਟਰਵਲ ਬਹੁਤ ਜ਼ਿਆਦਾ ਛੋਟਾ ਨਹੀਂ ਹੁੰਦਾ, ਬਟ ਜਦੋਂ ਅਸੀਂ ਇੰਟਰਵਲ ਬਹੁਤ ਜ਼ਿਆਦਾ ਛੋਟਾ ਕਰ ਦਿੰਨੇ ਆ ਤਾਂ ਉਹ ਇੱਕ ਪੁਆਇੰਟ ਬਣ ਜਾਂਦਾ। ਠੀਕ ਹੈ ਜੀ। ਇਹ ਇੰਸਟੈਂਟੇਨੀਅਸ ਦੀ ਵੈਲਿਊ। ਉਸ ਤੋਂ ਬਾਅਦ ਆਪਾਂ ਕਿਹਾ ਸੀ ਐਕਸਲਰੇਸ਼ਨ ਹੈ ਜਿਹੜੀ ਇਜ਼ ਆਫ ਟੂ ਟਾਈਪਸ, ਪੋਜ਼ਿਟਿਵ ਐਕਸਲਰੇਸ਼ਨ, ਹਾਂਜੀ, ਪੋਜ਼ਿਟਿਵ ਐਕਸਲਰੇਸ਼ਨ ਦਾ ਮਤਲਬ ਇਹ ਵੀ ਜਿਹੜਾ ਤੁਹਾਡਾ ਡੈਲਟਾ ਵੀ ਹੈ ਨਾ, ਇਹ ਆਪਣੇ ਕੋਲ ਕੀ ਸੀਗਾ, ਪੋਜ਼ਿਟਿਵ ਹੈ। ਲਗਾਤਾਰ ਵੈਲਿਊ ਹੈ ਜਿਹੜੀ ਵੱਧ ਰਹੀ ਹੈ v2 ਮਾਈਨਸ v1 ਹੈ, ਜਿਹੜੀ ਚੇਂਜ ਹੈ ਉਹ ਪੋਜ਼ਿਟਿਵ ਹੈ। v2 ਮਾਈਨਸ v1 ਇਜ਼ ਗ੍ਰੇਟਰ ਦੈਨ 0, ਕਹਿੰਦਾ ਮਤਲਬ v2 ਇਜ਼ ਗ੍ਰੇਟਰ ਦੈਨ v1। ਵੈਲੋਸਿਟੀ ਲਗਾਤਾਰ ਕੀ ਹੋ ਰਹੀ ਹੈ, ਵੱਧ ਰਹੀ ਹੈ, ਤਾਂ ਉਹਨੂੰ ਆਪਾਂ ਕਿਹਾ ਸੀ ਪੋਜ਼ਿਟਿਵ ਐਕਸਲਰੇਸ਼ਨ। ਠੀਕ ਹੈ ਜੀ। ਸੈਕਿੰਡ ਆਪਣੇ ਕੋਲ ਕੀ ਸੀ, ਨੈਗੇਟਿਵ ਐਕਸਲਰੇਸ਼ਨ, ਜਿਹਨੂੰ ਦੂਸਰਾ ਨਾਮ ਆਪਾਂ ਕੀ ਦਿੱਤਾ ਸੀ ਬੇਟੇ, ਰਿਟਾਰਡੇਸ਼ਨ। ਹਾਂਜੀ, ਰਿਟਾਰਡੇਸ਼ਨ ਦਾ ਮਤਲਬ ਕੀ ਹੈ, ਐਕਸਲਰੇਸ਼ਨ ਘਟ ਰਹੀ ਹੈ। ਐਕਸਲਰੇਸ਼ਨ ਦਾ ਬੇਸਿਕਲੀ ਮਤਲਬ ਹੈ ਫੋਰਸ ਲੱਗ ਰਹੀ ਹੈ ਜਿਹੜੀ ਬੋਡੀ ਦੇ ਉੱਪਰ, ਜਿਹੜੀ ਉਹਨੂੰ ਪੁਸ਼ ਕਰ ਰਹੀ ਹੈ। ਜੇ ਮੰਨ ਲਓ ਬਾਈਕ ਤੇ ਜਾ ਰਹੇ ਹਾਂ ਆਪਾਂ, ਲਗਾਤਾਰ ਜੇ ਰੇਸ ਨੂੰ ਮਰੋੜੀ ਜਾਂਦੇ ਆ ਤਾਂ ਬਾਈਕ ਦੇ ਉੱਤੇ ਪੁਸ਼ ਕੀ ਹੋ ਰਿਹਾ, ਵੱਧ ਰਿਹਾ, ਤੇ ਉਹ ਤੇਜ਼ 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 ਹੋ ਰਿਹਾ। ਠੀਕ ਹੈ। ਤੇ ਜੇ ਅਸੀਂ ਰੇਸ ਨੂੰ ਘਟਾਉਣਾ ਸ਼ੁਰੂ ਕੀਤਾ ਹੈ ਤਾਂ ਹੌਲੀ 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 ਉਹਦੀ ਵੈਲੋਸਿਟੀ ਕੀ ਹੁੰਦੀ ਜਾ ਰਹੀ ਹੈ, ਘਟਦੀ ਜਾ ਰਹੀ ਹੈ, ਕਿਉਂਕਿ ਤੁਸੀਂ ਉਹਨੂੰ ਪੁਸ਼ ਦੇ ਨਹੀਂ ਰਹੇ। ਨੈਗੇਟਿਵ ਐਕਸਲਰੇਸ਼ਨ ਦਾ ਮਤਲਬ ਕੀ ਹੈ, ਜੇ ਆਪਾਂ ਲਈਏ ਇਹਦਾ ਮਤਲਬ v2 ਮਾਈਨਸ v1 ਹੈ ਜਿਹੜਾ ਨਾ ਲੈਸ ਦੈਨ 0 ਹੈ। ਕਹਿੰਦਾ ਮਤਲਬ ਜਿਹੜੀ v2 ਹੈ ਹੌਲੀ ਹੌਲੀ ਉਹ ਕੀ ਹੁੰਦੀ ਜਾ ਰਹੀ ਹੈ, ਘਟਦੀ ਜਾ ਰਹੀ ਹੈ। ਠੀਕ ਹੈ। ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਥਰਡ ਆਪਾਂ ਕੀਤਾ ਸੀ ਵੇਰੀਏਬਲ ਐਕਸਲਰੇਸ਼ਨ ਤੇ ਯੂਨੀਫਾਰਮਲੀ ਐਕਸਲਰੇਟਡ ਮੋਸ਼ਨ। ਵੇਰੀਏਬਲ ਐਕਸਲਰੇਸ਼ਨ ਦਾ ਮਤਲਬ ਕੀ ਹੈ, ਵੀ ਜਿਹੜੀ ਐਕਸਲਰੇਸ਼ਨ ਹੈ ਇਹਦੀ ਵੈਲਿਊ ਕੀ ਹੋ ਰਹੀ ਹੈ, ਚੇਂਜ ਹੋ ਰਹੀ ਹੈ। ਐਕਸਲਰੇਸ਼ਨ ਇਜ਼ ਚੇਂਜਿੰਗ। ਕਿਸੇ ਵੀ ਇੰਟਰਵਲ ਦੀ ਆਪਾਂ ਗੱਲ ਕਰ ਰਹੇ, ਇਹ ਫਿਕਸ ਨਹੀਂ ਹੈਗਾ। ਜੇ ਮੰਨ ਲਓ ਐਕਸਲਰੇਸ਼ਨ ਦੀ ਵੈਲਿਊ ਇੱਕ ਇੰਟਰਵਲ ਦੇ ਵਿੱਚ 5 ਮੀਟਰ ਪਰ ਸੈਕਿੰਡ ਸਕੁਅਰ, ਦੂਸਰੇ ਦੇ ਵਿੱਚ ਮੰਨ ਲਓ ਹੋਗੀ 10 ਮੀਟਰ ਪਰ ਸੈਕਿੰਡ, ਥਰਡ ਦੇ ਵਿੱਚ ਹੋਗੀ 12 ਮੀਟਰ ਪਰ ਸੈਕਿੰਡ। ਠੀਕ ਹੈ ਜੀ। ਫਿਰ ਹੋਗੀ ਮਾਈਨਸ, ਮਤਲਬ ਘਟ ਗਈ, ਮੰਨ ਲਓ ਜਿਵੇਂ ਆ ਗਈ 4 ਮੀਟਰ ਪਰ ਸੈਕਿੰਡ ਸਕੁਅਰ। ਇਸ ਲਈ ਇਹਦੀ ਵੈਲਿਊ ਕੀ ਹੈ, ਵੇਰੀਏਬਲ ਹੈ। ਤਾਂ ਉਸ ਤਰ੍ਹਾਂ ਦੀ ਐਕਸਲਰੇਸ਼ਨ ਨੂੰ ਅਸੀਂ ਕੀ ਕਿਹਾ ਸੀਗਾ, ਵੇਰੀਏਬਲ ਐਕਸਲਰੇਸ਼ਨ। ਨੈਕਸਟ ਅਸੀਂ ਕੀ ਕੀਤਾ ਸੀਗਾ, ਯੂਨੀਫਾਰਮ ਐਕਸਲਰੇਸ਼ਨ। ਯੂਨੀਫਾਰਮ ਮੀਨਸ ਇਕਸਾਰ, ਜਿਹਦੇ ਵਿੱਚ ਐਕਸਲਰੇਸ਼ਨ ਦੀ ਵੈਲਿਊ ਕੀ ਰਹਿੰਦੀ, ਸੇਮ ਇਨ ਐਵਰੀ ਇੰਟਰਵਲ, ਹਰੇਕ ਇੰਟਰਵਲ ਦੇ ਵਿੱਚ। ਠੀਕ ਹੈ। ਮੰਨ ਲਓ ਆਪਾਂ ਕਹੀਏ ਵੀ a ਦੀ ਵੈਲਿਊ ਕੀ ਹੈ, 5 ਮੀਟਰ ਪਰ ਸੈਕਿੰਡ ਸਕੁਅਰ। ਇਟ ਮੀਨਸ ਪਹਿਲੇ ਇੰਟਰਵਲ ਦੇ ਵਿੱਚ ਵੀ 5, ਦੂਸਰੇ 'ਚ ਵੀ 5, ਤੀਸਰੇ 'ਚ ਵੀ 5, ਜਿਹੜੇ ਵੀ ਅਸੀਂ ਕੈਲਕੂਲੇਸ਼ਨ ਕਰ ਰਹੇ ਹਾਂ ਉਹਨਾਂ ਸਾਰਿਆਂ ਦੇ ਵਿੱਚ ਐਕਸਲਰੇਸ਼ਨ ਦੀ ਵੈਲਿਊ ਕੀ ਹੈਗੀ, ਆਪਣੇ ਕੋਲ ਕਾਂਸਟੈਂਟ ਹੈ। ਸੱਚ ਟਾਈਪ ਆਫ ਦੀ ਮੋਸ਼ਨ ਇਜ਼ ਕਾਲਡ ਯੂਨੀਫਾਰਮਲੀ ਐਕਸਲਰੇਟਿਡ ਮੋਸ਼ਨ। ਦੱਸੋ ਬੇਟੇ, ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੈ? ਆਪਾਂ ਕੀਤਾ ਹੋਇਆ, ਪਹਿਲਾਂ ਆਪਾਂ ਰਿਵਾਈਜ਼ ਕੀਤਾ ਬਸ। ਦੱਸੋ ਬੇਟੇ, ਪੁਆਇੰਟ ਕਲੀਅਰ ਹੋਇਆ ਕਿ ਨਹੀਂ? ਵਾਟ ਇਜ਼ ਦ ਮੀਨਿੰਗ ਆਫ ਯੂਨੀਫਾਰਮਲੀ ਐਕਸਲਰੇਟਿਡ ਮੋਸ਼ਨ? ਐਕਸਲਰੇਸ਼ਨ ਹਰੇਕ ਇੰਟਰਵਲ ਦੇ ਵਿੱਚ ਓਨੀ ਹੀ ਦਿੱਤੀ ਜਾ ਰਹੀ ਹੈ ਜਿੰਨੀ ਪਹਿਲੇ ਇੰਟਰਵਲ ਦੇ ਵਿੱਚ ਦਿੱਤੀ ਸੀ। ਯੂਨੀਫਾਰਮ ਹੈ, ਇਹਦਾ ਮਤਲਬ ਕੀ ਹੈ, a ਦੀ ਵੈਲਿਊ ਇੱਥੇ ਕੀ ਲੈ ਕੇ ਚੱਲਾਂਗੇ ਆਪਾਂ, ਕਾਂਸਟੈਂਟ।
ए ਦੀ ਵੈਲਿਊ ਕੀ ਲੈ ਕੇ ਚੱਲਾਂਗੇ ਬੇਟੇ, ਕਾਂਸਟੈਂਟ, ਕਿਉਂਕਿ ए ਕੀ ਹੋ ਰਿਹਾ, ਚੇਂਜ ਨਹੀਂ ਹੋ ਰਿਹਾ। ਇਹ ਪੁਆਇੰਟ ਨੂੰ ਖਾਸ ਧਿਆਨ ਰੱਖਣਾ ਹੈ। ਠੀਕ ਹੈ ਜੀ। ਜਿਹੜੀਆਂ ਅਸੀਂ ਅੱਜ ਇਕੁਏਸ਼ਨਸ ਡਰਾਈਵ ਕਰਨੀਆਂ, ਥੀਸ ਆਰ ਫॉर ਯੂਨੀਫਾਰਮਲੀ ਐਕਸਲਰੇਟਿਡ ਮੋਸ਼ਨ। ਆਪਾਂ ਜਿਹੜੀਆਂ ਡਰਾਈਵ ਕਰਨੀ ਹੈ ਇਕੁਏਸ਼ਨਸ ਆਫ ਮੋਸ਼ਨ, ਕਿਹਦੇ ਵਾਸਤੇ ਬੇਟੇ, ਫॉर ਯੂਨੀਫਾਰਮਲੀ ਐਕਸਲਰੇਟਿਡ ਮੋਸ਼ਨ। ਇਹਦਾ ਮਤਲਬ ਜਿਹੜਾ ਪੁਆਇੰਟ ਯਾਦ ਰੱਖਣਾ ਇਹਨਾਂ ਦੇ ਵਿੱਚ ਵੀ a ਆਊਗਾ ਇਹਨਾਂ ਇਕੁਏਸ਼ਨ ਦੇ ਵਿੱਚ, ਪਰ a ਦੀ ਵੈਲਿਊ ਆਪਾਂ ਚੇਂਜ ਨਹੀਂ ਕਰਨੀ, ਕੀ ਹੋਊਗੀ, ਉਹ ਕਾਂਸਟੈਂਟ ਹੋਊਗੀ। ਠੀਕ ਹੈ। ਤਿੰਨ ਇਕੁਏਸ਼ਨਸ ਆ ਜਿਹੜੀਆਂ ਅਸੀਂ ਜਨਰਲੀ ਯੂਜ਼ ਕਰਦੇ ਹਾਂ, v is equal to u plus at, ਠੀਕ ਹੈ ਜੀ, s is equal to ut plus half at square, ਥਰਡ ਕਿਹੜੀ ਹੈ, v square minus u square is equal to 2as। ਇਹ ਤਿੰਨ ਇਕੁਏਸ਼ਨਸ ਆ ਜਨਰਲੀ ਜਿਹੜੀਆਂ ਅਸੀਂ ਲੈ ਕੇ ਚੱਲਦੇ ਹਾਂ ਵੀ ਕਾਦੇ ਵਾਸਤੇ ਹੈ ਇਹ ਮੋਸ਼ਨ। ਇਹਨਾਂ ਸਾਰੀਆਂ ਇਕੁਏਸ਼ਨ ਨੂੰ ਕਿਵੇਂ ਡਰਾਈਵ ਕੀਤਾ ਗਿਆ, ਬਾਈ ਕੰਸੀਡਰਿੰਗ a ਐਜ਼ ਕਾਂਸਟੈਂਟ। ਇਹਨਾਂ ਸਾਰਿਆਂ ਦੇ ਵਿੱਚ ਆਪਣੇ ਕੋਲ ਕੀ ਹੈ, ਵੈਲਿਊ ਆਫ ਦੀ ਐਕਸਲਰੇਸ਼ਨ ਇਜ਼ ਕਾਂਸਟੈਂਟ। ਉਹਨਾਂ ਨੂੰ ਸਮਝ ਲਓ। ਜਿਹੜਾ v ਹੈ ਬੇਟੇ, ਉਹ ਆਪਣੇ ਕੋਲ ਹੈ ਫਾਈਨਲ ਵੈਲੋਸਿਟੀ, v ਇਜ਼ ਫਾਈਨਲ ਵੈਲੋਸਿਟੀ, u ਇਜ਼ ਇਨੀਸ਼ੀਅਲ ਵੈਲੋਸਿਟੀ, ਸਟਾਰਟ ਹੋਇਆ ਜਦੋਂ, t ਆਪਣੇ ਕੋਲ ਕੀ ਹੈ, ਟਾਈਮ ਆਫ ਐਕਸਲਰੇਸ਼ਨ, ਜਿੰਨੇ ਸਮੇਂ ਲਈ ਉਹ ਐਕਸਲਰੇਟ ਹੋ ਰਿਹਾ। ਠੀਕ ਹੈ ਜੀ। ਤੇ s ਆਪਣੇ ਕੋਲ ਕੀ ਹੈ ਬੇਟੇ, ਡਿਸਪਲੇਸਮੈਂਟ। s ਇੱਥੇ ਆਪਣੇ ਕੋਲ ਕੀ ਹੈ, ਡਿਸਪਲੇਸਮੈਂਟ। ਆਹ ਟਰਮਸ ਆਪਾਂ ਇੱਥੇ ਯੂਜ਼ ਕਰਾਂਗੇ। ਇਹਨਾਂ ਦਾ ਮੀਨਿੰਗ ਕਲੀਅਰ ਹੋ ਗਿਆ ਬੇਟੇ। a ਐਕਸਲਰੇਸ਼ਨ ਹੈ, s ਡਿਸਪਲੇਸਮੈਂਟ ਹੈ, t ਟਾਈਮ ਆਫ ਐਕਸਲਰੇਸ਼ਨ ਹੈ, u ਇਨੀਸ਼ੀਅਲ ਵੈਲੋਸਿਟੀ ਹੈ, ਤੇ v ਆਪਣੇ ਕੋਲ ਕੀ ਹੈ, ਫਾਈਨਲ ਵੈਲੋਸਿਟੀ। ਠੀਕ ਹੈ ਜੀ। ਦੋ ਮੈਥਡ ਆਪਾਂ ਯੂਜ਼ ਕਰ ਸਕਦੇ ਹਾਂ ਇਕੁਏਸ਼ਨਸ ਨੂੰ ਡਰਾਈਵ ਕਰਨ ਦੇ ਲਈ। ਇੱਕ ਆਪਣੇ ਕੋਲ ਹੁੰਦਾ ਗ੍ਰਾਫਿਕਲ ਮੈਥਡ, ਠੀਕ ਹੈ ਜੀ, ਤੇ ਸੈਕੰਡ ਹੈ ਆਪਣੇ ਕੋਲੇ ਕੈਲਕੂਲਸ ਮੈਥਡ। ਕੈਲਕੂਲਸ ਮੈਥਡ, ਠੀਕ ਹੈ ਜੀ, ਗ੍ਰਾਫਿਕਲ ਮੈਥਡ ਅਸੀਂ ਗ੍ਰਾਫਸ ਤੋਂ ਕਰਦੇ ਹਾਂ, ਕੈਲਕੂਲਸ ਮੈਥਡ ਦੇ ਵਿੱਚ ਅਸੀਂ ਇੰਟੀਗ੍ਰੇਸ਼ਨ ਡਿਫਰੈਂਸ਼ੀਏਸ਼ਨ ਯੂਜ਼ ਕਰਕੇ ਕਰਦੇ ਹਾਂ। ਠੀਕ ਹੈ। ਆਹ ਮੈਥਡ ਆਪਾਂ ਕਰਨਾ ਸੀ, ਤਾਂ ਹੀ ਆਪਾਂ ਕੀ ਕੀਤਾ ਸੀ, ਮੈਥਮੈਟੀਕਲ ਟੂਲਸ, ਇੰਟੀਗ੍ਰੇਸ਼ਨ ਤੇ ਡਿਫਰੈਂਸ਼ੀਏਸ਼ਨ। ਠੀਕ ਹੈ। ਸੋ ਧਿਆਨ ਨਾਲ ਦੇਖੋ ਬੇਟੇ, ਜੇ ਅਸੀਂ ਇਸ ਇਕੁਏਸ਼ਨ ਦੀ ਗੱਲ ਕਰੀਏ, ਇਹਦੇ ਵਿੱਚ ਦੇਖੋ ਇੱਕ ਆਪਣੇ ਕੋਲ ਵੈਲੋਸਿਟੀ ਹੈ, ਆ ਦੋਵੇਂ ਟਰਮ ਕੀ ਹੈ, ਵੈਲੋਸਿਟੀਜ਼ ਹੈ ਨਾ, ਆ ਆਪਣੇ ਕੋਲ ਕੀ ਹੈ, ਟਾਈਮ। ਇਹਦਾ ਮਤਲਬ ਇਸ ਇਕੁਏਸ਼ਨ ਨੂੰ ਆਪਾਂ ਕੀ ਕਵਾਂਗੇ, vt ਇਕੁਏਸ਼ਨ, ਵੈਲੋਸਿਟੀ ਟਾਈਮ। ਇਹਦੇ ਵਿੱਚ ਦੇਖੋ ਬੇਟੇ ਕੀ ਹੈ, ਡਿਸਪਲੇਸਮੈਂਟ ਹੈ ਤੇ ਟਾਈਮ ਹੈ। ਇਨੀਸ਼ੀਅਲ ਵੈਲੋਸਿਟੀ ਦਾ ਜਿੱਥੋਂ ਸ਼ੁਰੂ ਕੀਤਾ ਉਹ ਨਹੀਂ ਕਾਊਂਟ ਹੋ ਗਈ। ਇਹ ਆਪਣੇ ਕੋਲ ਕੀ ਹੈ, st ਇਕੁਏਸ਼ਨ ਹੈ। ਠੀਕ ਹੈ ਜੀ। ਇਹਦੇ ਵਿੱਚ ਕੀ ਹੈ, ਵੈਲੋਸਿਟੀ ਹੈ ਤੇ ਡਿਸਪਲੇਸਮੈਂਟ ਹੈ। ਠੀਕ ਹੈ ਜੀ। ਇਹ ਰਿਲੇਸ਼ਨ ਕੀ ਹੋ ਗਿਆ, vs ਰਿਲੇਸ਼ਨ। ਕਈ ਵਾਰੀ ਕੀ ਕਰਦਾ, ਉਹ ਆ ਇਕੁਏਸ਼ਨ ਨਾ ਦੱਸ ਕੇ ਇਹ ਆ ਕਹਿ ਦਿੰਦਾ ਵੀ ਡਰਾਈਵ ਕਰੋ। ਤਾਂ ਆ ਤਿੰਨੇ ਇਕੁਏਸ਼ਨਸ ਆਪਾਂ ਨੂੰ ਯਾਦ ਹੋਣੀਆਂ ਚਾਹੀਦੀਆਂ। ਠੀਕ ਹੈ ਜੀ। ਕਿਹੜੀਆਂ ਕਿਹੜੀਆਂ ਸੀ, v is equal to u plus at। ਜਿਹੜੀ ਇਹ ਵਾਲੀ ਇਕੁਏਸ਼ਨ ਹੈ, ਇਹਦੇ ਵਿੱਚ ਆਪਣੇ ਕੋਲ ਕੀ ਵੈਲੋਸਿਟੀ ਤੇ ਟਾਈਮ ਹੀ ਹੈ, ਤਾਂ ਕਰਕੇ ਇਹਨੂੰ ਆਪਾਂ ਕੀ ਕਹਿੰਦੇ ਆ, ਵੈਲੋਸਿਟੀ ਟਾਈਮ ਰਿਲੇਸ਼ਨ। ਠੀਕ ਹੈ ਜੀ। ਸੈਕੰਡ ਹੈ s is equal to ut plus half at square। ਇਹਦੇ ਚ ਦੇਖੋ ਆਹ ਤਾਂ ਇਨੀਸ਼ੀਅਲ ਵੈਲੋਸਿਟੀ ਹੈ, ਸਟਾਰਟਿੰਗ ਤੇ। ਇਹਦਾ ਮਤਲਬ ਬੇਸਿਕਲੀ ਇਹਦੇ ਵਿੱਚ ਆਪਣੇ ਕੋਲ ਕੀ ਹੈ, s ਤੇ t, ਕਿਉਂਕਿ ਐਕਸਲਰੇਸ਼ਨ ਤਾਂ ਕਾਂਸਟੈਂਟ ਹੈ। ਠੀਕ ਹੈ ਜੀ। xt ਰਿਲੇਸ਼ਨ ਕਹਿ ਲਓ, ਜਾਂ ਪੋਜੀਸ਼ਨ ਦਾ ਰਿਲੇਸ਼ਨ ਹੈ ਜਿਹੜਾ ਆਪਣੇ ਕੋਲ। ਠੀਕ ਹੈ। ਥਰਡ ਇਕੁਏਸ਼ਨ ਕੀ, v square minus u square is equal to 2as। ਆ ਕਾਂਸਟੈਂਟ ਹੈ, ਇਹਦਾ ਮਤਲਬ ਇੱਥੇ ਕੀ ਰਹਿ ਗਿਆ, ਡਿਸਪਲੇਸਮੈਂਟ ਤੇ ਵੈਲੋਸਿਟੀ। ਇਸ ਲਈ ਇਹ ਰਿਲੇਸ਼ਨ ਆਪਣੇ ਕੋਲ ਕੀ ਹੈ, vs ਰਿਲੇਸ਼ਨ। ਦੱਸੋ ਬੇਟੇ, ਕਲੀਅਰ ਹੋਇਆ ਕਿ ਨਹੀਂ ਹੋਇਆ? ਹਾਂਜੀ ਬੇਟੇ। ਠੀਕ ਹੈ। ਸੋ ਆਪਾਂ ਪਹਿਲਾ ਰਿਲੇਸ਼ਨ ਹੈ ਜਿਹੜਾ ਆਪਾਂ ਡਰਾਈਵ ਕਰਦੇ ਹਾਂ, ਪਹਿਲਾ ਰਿਲੇਸ਼ਨ ਕੀ ਹੈ, vt ਰਿਲੇਸ਼ਨ, ਵੈਲੋਸਿਟੀ ਟਾਈਮ ਰਿਲੇਸ਼ਨ। ਠੀਕ ਹੈ ਜੀ, ਬਾय यूजिंग कैलकुलस मेथड, बाय यूजिंग कैलकुलस मेथड।
पहला रिलेशन की है वेलोसिटी टाइम रिलेशन। ये किंदे वास्ते कर लिया बेटे? फॉर यूनीफॉर्मली एक्सेलरेटेड मोशन। इन्हां सारिਆਂ ਦੇ ਵਿੱਚ एक्सेलरेशन की है? कांस्टेंट है। ठीक है जी। ਹੁਣ ਇਹਦੇ ਵਿੱਚ ਇੱਕ ਥੋੜੀ ਜੀ ਆਪਾਂ ਇਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਟ੍ਰਿਕ ਟਾਈਪ ਕਹਿ ਲਓ, ਆਪਾਂ ਸਲੋਪ ਕੈਲਕੂਲੇਟ ਕੀਤਾ ਸੀ ਬੇਟੇ। ਸਲੋਪ ਦੇ ਵਿੱਚ ਅਸੀਂ ਕਿਹਾ ਸੀ ਇੱਕ ਸਟੈਪ ਅੱਗੇ ਜਾਣਾ। ਜੇ ਹੁਣ ਮੈਂ ਵੈਲੋਸਿਟੀ ਤੇ ਟਾਈਮ ਦਾ ਰਿਲੇਸ਼ਨ ਕੱਢਣਾ ਹੈ dv/dt ਦਾ, ਤਾਂ ਇੱਕ ਸਟੈਪ ਅੱਗੇ ਕੀ ਹੋਊਗਾ? ਐਕਸਲਰੇਸ਼ਨ ਹੋਊ ਨਾ। ਠੀਕ ਹੈ ਜੀ, ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਜੇ x ਤੇ t ਦਾ ਰਿਲੇਸ਼ਨ ਕੱਢਣਾ ਹੈ ਡਿਸਪਲੇਸਮੈਂਟ ਤੇ ਟਾਈਮ ਦਾ, ਤੇ ਇੱਕ ਸਟੈਪ ਮੇਰੇ ਕੋਲ ਅੱਗੇ ਕੀ ਹੋਊਗਾ? dx/dt। ਕਹਿੰਦਾ ਮਤਲਬ ਵੈਲੋਸਿਟੀ। कहने का मतलब जो वेलोसिटी टाइम रिलेशनशिप कैलकुलेट करना है तो वेलोसिटी तो एक स्टैप अगे चले जाना, एक्सेलरेशन वाली इक्वेशन है जी लिख लेनी, तो उस तो जो शुरू कर लेना आर्टिकल ड्राइव हो जाए। क्लीयर होया कि नहीं होया बेटे? सो आप की करना है भी पार्टिकल इज एक्सेलरेटिंग यूनीफॉर्मली। ठीक है जी। सो एक्सेलरेशन इज गिवन बाय द रिलेशन, इस आप सॉल्व कर रहे हैं। वी नो दैट ए कहते बराबर होंगे dv/dt इंस्टंटेनियस एक्सेलरेशन की आप गल कर रहे हैं। ठीक है, आप कला मैगनीट्यूड उनका लै रहे हैं, कहना मतलब डायरैक्शन नहीं लै रहे। तो ए इज इक्वल टू dv/dt। क्लीयर होया कि नहीं होया बेटे? हुण असी कोई एक टाइम इंटरवल लिया, उहदे विच असी कैलकुलेशन करनी है, आपां वैल्यू कैलकुलेट करनी है। वेखो वेलोसिटी दी आपां ये टी नूं इधर ले जाके मल्टीप्लाई कर दी, dv इज इक्वल टू a इंटू dt। वी वांट टू कैलकुलेट दी वेलोसिटी। ये डिफरेंशिएशन है, इंटीग्रेशन है जो डिफरेंशिएशन का उल्ट हुंदा है। इहदा मतलब जे आ डी नूं खत्म करना है तो इहदा इंटीग्रेशन लेना पऊगा, तो डिफरेंशिएशन नूं इंटीग्रेशन खत्म कर देगा, इत्थे वेलोसिटी दी वैल्यू आ जाएगी। क्लीयर होया कि नहीं होया बेटे? तो आपां की करांगे? इंटीग्रेटिंग। हाँ जी बेटे, हाँ जी बेटे, इंटीग्रेटिंग बोथ साइड्स। क्यों इंटीग्रेशन करना है? क्योंकि असी रिलेशन की कैलकुलेट करना है वेलोसिटी का। सानू वेलोसिटी ते टाइम चाहिए, बट साडे रिलेशन दे विच आ वेलोसिटी नहीं हैगी, चेंज इन वेलोसिटी है, dv है। कहने मतलब dv का मतलब की है डिफरेंशिएशन है, एंड वी नो दैट इंटीग्रेशन एंड डिफरेंशिएशन आर रेसिप्रोकल टू ईच अदर। एक दूजे नूं कैंसल करदे उल्ट है। इहदा मतलब जे मैं डी नूं कैंसल करना, डिफरेंशिएशन नूं कैंसल करके विचों v नूं कढना है, तो सानू की लेना पऊगा बेटे? इंटीग्रेशन। तो आपां की किया? इंटीग्रेटिंग बोथ साइड्स। चलो आपां इंटीग्रेट करता, दिस इज द सिंबल ऑफ द इंटीग्रेशन। दोवें साइड ते इंटीग्रेट करता a इंटू डी। क्लीयर होया कि नहीं होया बेटे? आपां जरा इत्थे टाइम इंटरवल है, देखो ये dv का मतलब की है, ध्यान नाल टर्म समझ जाओ। इहदा मतलब इंटीग्रेशन है जिहड़ा वो विद रिस्पेक्ट टू वेलोसिटी होएगा, इसलिए इत्थे लिमिट किहड़ियां होणगियां? वेलोसिटी दियां। इत्थे इंटीग्रेशन किंदे विद रिस्पेक्ट टू हो रहा? टाइम, इसलिए इत्थे लिमिट किहड़ियां होणगियां? टाइम। ਤਾਂ ਆਪਾਂ ਇਹ ਇੱਥੇ ਕੰਡੀਸ਼ਨ ਰੱਖੀਏ ਵੀ ਜਦੋਂ ਟਾਈਮ 0 ਸੀ ਤਾਂ ਵੈਲੋਸਿਟੀ ਕਿੰਨੀ ਸੀ? u। ਇਨੀਸ਼ੀਅਲ ਵੈਲੋਸਿਟੀ ਹੋ ਗਈ ਨਾ। ਅਸੀਂ ਐਟ ਐਨੀ ਟਾਈਮ t ਤੇ ਕੈਲਕੂਲੇਸ਼ਨ ਤੱਕ ਗਏ, ਕੋਈ ਇੰਟਰਵਲ 0 ਤੋਂ t ਚ ਗਏ ਆ। ਜਦੋਂ ਟਾਈਮ t ਸੀ ਤਾਂ ਮੰਨ ਲਓ ਵੈਲੋਸਿਟੀ ਕਿੰਨੀ ਸੀ ਹੁੰਦੀ? v। ਇਸ ਲਈ ਇੱਥੇ ਯੂਨਿਟ ਕੀ ਆ ਗਏ ਬੇਟੇ? u to v। ਤੇ ਟਾਈਮ ਕਿੰਨਾ ਸੀਗਾ ਜਦੋਂ u ਸੀ? ਤਾਂ ਟਾਈਮ ਕਿੰਨਾ ਸੀ? 0। ਜਦੋਂ v ਸੀ ਤਾਂ ਟਾਈਮ ਕਿੰਨਾ ਸੀ? t। ਦੱਸੋ ਬੇਟੇ, ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਹਾਂਜੀ ਬੇਟੇ, ਆ ਸਟੈਪ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ ਬੇਟੇ? ਹਾਂਜੀ, ਸਾਰਿਆਂ ਨੂੰ ਕਲੀਅਰ ਹੈ ਬੇਟੇ? तो आप हाँ जी, एक्सेलरेशन इज कांस्टेंट, मोशन किस तरह का? यूनीफॉर्मली एक्सेलरेटेड। तो इनू आप की कढ़ देंगे बेटे? इस इक्वेशन तो की चला जाएगा ये बाहर। आप कीता सी ना, यही इक्वेशंस कीतियां सीगियां ਜਿਹੜੀਆਂ डिफरेंशिएशन ਤੇ इंटीग्रेशन ਦੇ ਉਹਦੇ ਚ ਆਪਾਂ ਕਿਹਾ ਸੀ ਜਿਹੜੀ ਚੀਜ਼ ਕਾਂਸਟੈਂਟ ਹੈ ਉਹਨੂੰ ਬਾਹਰ ਲੈ ਜਾਓ ਕਿਉਂਕਿ ਉਹ ਚੇਂਜ ਨਹੀਂ ਕਰਦੀ। ਹੁਣ dv ਹੈ, ਠੀਕ ਹੈ ਜੀ, ਇੱਥੇ 1
ਕੱਲ ਵਾਲੇ ਰਿਲੇਸ਼ਨ ਚ ਆਪਾਂ ਕੀਤਾ ਹੋਣਾ 1 into dx ਸੀ ਤਾਂ ਉਹਨੇ ਕਿਹਾ ਸੀ x ਆ ਜਾਏਗਾ, ਇਸ ਲਈ ਇਹਦਾ ਕੀ ਆਏਗਾ ਬੇਟੇ, ਇੰਟੀਗ੍ਰੇਸ਼ਨ ਵਾਲੇ ਫਾਰਮੂਲੇ ਕੱਲ ਕੀਤੇ ਸੀ, ਇਹਦਾ ਕੀ ਆਏਗਾ v, ਕੀ ਆਏਗਾ ਬੇਟੇ, ਇਹਨੂੰ ਸੋਲਵ ਕਰਕੇ v, ਜਾਂ ਸਿੱਧਾ ਕਹ ਲਓ dv ਨਾਲ ਇੰਟੀਗ੍ਰੇਸ਼ਨ ਕੈਂਸਲ ਹੋ ਜਾਏਗਾ, v ਆ ਜਾਏਗਾ। ਲਿਮਟ ਕੀ ਹੈ, ਇੱਥੇ u ਹੈ ਇੱਥੇ v ਹੈ। ਸਿਮਿਲਰਲੀ ਇਹਨੂੰ ਸੋਲਵ ਕਰਾਂਗੇ, ਠੀਕ ਹੈ ਜੀ, ਜਦੋਂ ਆਪਾਂ ਇਸ ਰਿਲੇਸ਼ਨ ਨੂੰ ਆਪਾਂ ਸੋਲਵ ਕਰਾਂਗੇ ਤੇ ਇੱਥੇ ਆਪਣੇ ਕੋਲ ਕੀ ਹੈ 1 into t ਹੈ, ਇੱਥੇ ਆਪਣੇ ਕੋਲ ਕੀ ਆ ਜਾਏਗਾ ਬੇਟੇ t, ਲਿਮਟ ਕੀ ਹੈ 0 to t। ਹੁਣ ਲਿਮਟ ਪੁੱਟ ਕਿਵੇਂ ਕਰੀਦੀ ਹੈ ਬੇਟੇ, ਅਪਰ ਲਿਮਟ ਮਾਈਨਸ ਲੋਅਰ ਲਿਮਟ, ਅਪਰ ਲਿਮਟ ਪੁੱਟ ਕਰੋ, v ਦੀ ਥਾਂ ਤੇ v ਪੁੱਟ ਕੀਤਾ v ਆ ਗਿਆ, v ਦੀ ਥਾਂ ਤੇ u ਪੁੱਟ ਕੀਤਾ ਤਾਂ u ਆ ਗਿਆ, v ਮਾਈਨਸ u ਇਕੁਅਲ ਟੂ a, ਅਪਰ ਲਿਮਟ ਮਾਈਨਸ ਲੋਅਰ ਲਿਮਟ, ਅਪਰ ਲਿਮਟ ਹੈ t, ਲੋਅਰ ਲਿਮਟ ਹੈ 0। ਦੱਸੋ ਬੇਟੇ ਇਹ ਸਟੈਪ ਕਲੀਅਰ ਹੋਇਆ ਕਿ ਨਹੀਂ ਹੋਇਆ? ਹਾਂਜੀ ਬੇਟੇ, ਕੀ ਰਿਲੇਸ਼ਨ ਬਣ ਗਿਆ, v ਮਾਈਨਸ u ਇਕੁਅਲ ਟੂ at, ਇਹਨੂੰ ਅੰਦਰ ਮਲਟੀਪਲਾਈ ਕਰੋ, ਇਹਦੇ ਨਾਲ 0 ਵਾਲੇ ਨਾਲ ਕੀਤਾ 0 ਹੋ ਗਿਆ, ਤਾਂ ਰਿਲੇਸ਼ਨ ਕੀ ਬਣ ਗਿਆ ਬੇਟੇ, ਇਹ ਬਣ ਗਿਆ v ਮਾਈਨਸ u ਇਕੁਅਲ ਟੂ at। ਠੀਕ ਹੈ ਜੀ, ਤਾਂ ਇਹਨੂੰ ਆਪਾਂ ਐ ਲਿਖ ਸਕਦੇ ਹਾਂ v ਇਕੁਅਲ ਟੂ u ਪਲਸ at। ਇਹੀ ਸੀ ਆਪਣਾ ਪਹਿਲਾ ਰਿਲੇਸ਼ਨ ਜਿਹੜਾ ਅਸੀਂ ਡਰਾਈਵ ਕਰਨਾ ਸੀ। ਦੱਸੋ ਬੇਟੇ ਕਲੀਅਰ ਹੋਇਆ ਕਿ ਨਹੀਂ ਹੋਇਆ? ਬੁੱਕ ਦੇ ਵਿੱਚ ਨਾ ਕਨਫਿਊਜ਼ ਕਰਦਾ, ਪਹਿਲਾਂ ਟੀ ਡੈਸ਼ ਇੰਟਰਵਲ ਲੈ ਲੈਂਦਾ, ਉੱਤੇ ਵੀ ਡੈਸ਼ ਲੈ ਲੈਂਦਾ, ਫਿਰ ਉਹਨੂੰ ਚੱਕ ਕੇ ਇਨੀਸ਼ੀਅਲ ਤੇ ਲੈ ਕੇ ਜਾਂਦਾ ਵੀ ਮੰਨ ਲਓ ਪਹਿਲੇ ਇੰਟਰਵਲ ਤੇ ਗਏ ਆ, ਠੀਕ ਹੈ, ਕਹਿੰਦਾ ਮਤਲਬ ਜਿਹੜਾ ਅਸੀਂ ਇਹਦੇ ਵਾਸਤੇ ਇੰਟਰਵਲ ਯੂਜ਼ ਕੀਤਾ ਹੈ ਨਾ, ਉਹ ਆਪਣੇ ਕੋਲੇ ਜੇ ਅਸੀਂ ਸ਼ੇਪ ਇੰਟਰਵਲ ਬਣਾਈਏ ਉਹ ਆ ਇੰਟਰਵਲ ਯੂਜ਼ ਕੀਤਾ ਅਸੀਂ, ਜਿੰਦੇ ਵਿੱਚ ਅਸੀਂ ਵੈਲਿਊ ਕੀ ਲਈ ਹੈ, t is equal to 0 ਤੋਂ ਲੈ ਕੇ t is equal to t। ਇਨੀਸ਼ੀਅਲ ਵੈਲੋਸਿਟੀ ਇੱਥੇ ਕਿੰਨੀ ਹੈ u, ਫਾਈਨਲ ਵੈਲੋਸਿਟੀ ਕਿੰਨੀ ਹੈ v, ਤੇ ਮੋਸ਼ਨ ਕਿਸ ਤਰ੍ਹਾਂ ਦਾ, ਯੂਨੀਫਾਰਮਲੀ ਐਕਸਲਰੇਟਡ, ਇਹਦਾ ਮਤਲਬ a ਆਪਣੇ ਕੋਲ ਕੀ ਕਾਂਸਟੈਂਟ, ਆ ਤੁਹਾਡਾ ਡਾਇਗਰਾਮ, ਕੋਈ ਬਾਡੀ a ਮੂਵ ਕਰ ਰਹੀ ਹੈ ਜਾਂ ਕੋਈ ਬਾਡੀ ਕੋਈ ਵੀ ਮੂਵ ਕਰ ਰਹੀ ਹੈ, ਜਦੋਂ ਤੁਸੀਂ ਕੈਲਕੂਲੇਸ਼ਨ ਕਰਨੀ ਸ਼ੁਰੂ ਕੀਤੀ ਤਾਂ ਉਸ ਸਮੇਂ ਆਲਰੇਡੀ ਉਹ ਮੂਵ ਕਰ ਰਹੀ ਸੀ, ਕਿੰਨੀ ਵੈਲੋਸਿਟੀ ਤੇ ਮੂਵ ਕਰ ਰਹੀ ਸੀ, u ਨਾਲ, ਤਾਂ ਕਰਕੇ ਉਹਨੂੰ ਅਸੀਂ ਕੀ ਕਰਤਾ, ਇਨੀਸ਼ੀਅਲ ਵੈਲੋਸਿਟੀ, ਜਿਵੇਂ ਆਪਾਂ ਬਾਈਕ ਤੇ ਬੈਠੇ ਹੋਈਏ ਤੇ ਆਪਾਂ ਕੈਲਕੂਲੇਸ਼ਨ ਕਰਨੀ ਸ਼ੁਰੂ ਕਰੀਏ, ਬਾਈਕ ਜਾ ਰਿਹਾ ਹੋਵੇ, ਜਦੋਂ ਅਸੀਂ ਕੈਲਕੂਲੇਸ਼ਨ ਸ਼ੁਰੂ ਕੀਤੀ ਸਟਾਪ ਵਾਚ ਨਾਲ, ਤਾਂ ਉਦੋਂ ਆਲਰੇਡੀ ਕੋਈ ਨਾ ਕੋਈ ਬਾਡੀ ਦੀ ਵੈਲੋਸਿਟੀ ਹੋਏਗੀ ਸਟਾਰਟਿੰਗ ਪੁਆਇੰਟ ਤੇ, ਤਾਂ ਉਹ ਵੈਲੋਸਿਟੀ ਨੂੰ ਆਪਾਂ ਲੈ ਲੈਂਦੇ ਹਾਂ u। ਜੇ ਅਸੀਂ ਰੈਸਟ ਤੋਂ ਸਟਾਰਟ ਕੀਤੀ ਹੈ ਤਾਂ u ਇਕੁਅਲ ਟੂ 0 ਹੋ ਜਾਂਦਾ, ਜਿਹੜੀ ਵੀ ਇਕੁਏਸ਼ਨ ਦੇ ਵਿੱਚ ਲਿਖਿਆ ਹੋਊਗਾ ਬਾਡੀ ਸਟਾਰਟਸ ਫਰੋਮ ਰੈਸਟ, ਠੀਕ ਹੈ ਜੀ, ਤਾਂ ਉੱਥੇ u ਦੀ ਵੈਲਿਊ ਕਿੰਨੀ ਹੋ ਜਾਂਦੀ ਹੈ 0। ਕਲੀਅਰ ਹੈ ਬੇਟੇ? ਸੈਕੰਡ ਰਿਲੇਸ਼ਨ ਵੇਖੋ ਫਿਰ, ਜਿਹੜਾ ਆਪਾਂ ਸੈਕੰਡ ਡਰਾਈਵ ਕਰਨਾ ਸੀ, ਸੈਕੰਡ ਆਪਣੇ ਕੋਲ ਕੀ ਸੀ, ਆਹ ਵਾਲਾ ਰਿਲੇਸ਼ਨ ਸੀ, s is equal to ut plus ਹਾਫ at ਸਕੁਅਰ। ਇਸ ਰਿਲੇਸ਼ਨ ਨੂੰ ਆਪਾਂ ਕੀ ਕਿਹਾ ਸੀ, ਕਿਹੜਾ ਰਿਲੇਸ਼ਨ ਹੈ, xt ਰਿਲੇਸ਼ਨ। ਕਿਹੜਾ ਰਿਲੇਸ਼ਨ ਹੈ ਬੇਟੇ, ਪੋਜੀਸ਼ਨ ਤੇ ਟਾਈਮ, ਕਿਉਂਕਿ ਆ ਇਨੀਸ਼ੀਅਲ ਹੈ, ਜਿਹੜੇ ਤੇ ਵੀ ਸਟਾਰਟ ਕੀਤਾ ਆ ਵੀ ਕਾਂਸਟੈਂਟ। ਹੁਣ ਧਿਆਨ ਨਾਲ ਦੇਖੋ, ਅਸੀਂ ਰਿਲੇਸ਼ਨ ਕਿੰਦੇ ਵਿੱਚ ਕੱਢਣਾ, x ਤੇ t ਚ ਕੱਢਣਾ, ਤਾਂ ਇੱਕ ਸਟੈਪ ਉੱਪਰ ਚਲੇ ਜਾਓ, ਇੱਕ ਸਟੈਪ ਉੱਪਰ ਕੀ v ਵੈਲੋਸਿਟੀ, ਜਿਵੇਂ ਉੱਥੇ ਐਕਸਲਰੇਸ਼ਨ ਦੀ ਡੈਫੀਨੇਸ਼ਨ ਤੋਂ ਸ਼ੁਰੂ ਕੀਤਾ ਸੀ, ਆਪਾਂ ਕਹੀਏ ਫਰੋਮ ਡੈਫੀਨੇਸ਼ਨ ਆਫ ਵੈਲੋਸਿਟੀ, ਠੀਕ ਹੈ, v ਕਿੰਦੇ ਬਰਾਬਰ ਹੁੰਦਾ, v ਕਿੰਦੇ ਬਰਾਬਰ ਹੁੰਦਾ ਬੇਟੇ, dx by dt। definition, basic definition, rate of the change of the displacement with time is called velocity। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਹੁਣ ਇੱਥੇ x ਯੂਜ਼ ਕਰਨ ਦੀ ਬਜਾਏ ਜਾਂ ਤਾਂ x ਯੂਜ਼ ਕਰ ਲਓ, ਜਿਵੇਂ s ਆ ਰਿਹਾ ਤਾਂ ਲਿਮਟ ਇੱਥੇ s ਪੁੱਟ ਕਰ ਲਾਂਗੇ, ਹੁਣ ਇਹਨੂੰ ਉਧਰ ਲੈ ਜਾ ਕੇ ਮਲਟੀਪਲਾਈ ਕਰ ਦਿਓ, ਤਾਂ dx ਕਿੰਦੇ ਬਰਾਬਰ ਹੋ ਗਿਆ v into dt। ਦੱਸੋ ਬੇਟੇ ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਹੁਣ ਤੁਹਾਨੂੰ ਵੈਲਿਊ ਕਿੰਦੀ ਚਾਹੀਦੀ ਹੈ, s ਕੀ ਹੈ ਡਿਸਪਲੇਸਮੈਂਟ, dx ਨਹੀਂ ਚਾਹੀਦਾ ਤੁਹਾਨੂੰ, ਇੱਥੇ x ਚਾਹੀਦਾ ਜਿੰਦੀ ਵੈਲਿਊ ਆਪਾਂ s ਪੁੱਟ ਕੀਤੀ ਹੋਵੇ। ਇਹਦਾ ਮਤਲਬ ਫਿਰ ਕੀ ਕਰਾਂਗੇ ਬੇਟੇ, ਇੰਟੀਗ੍ਰੇਟਿੰਗ ਬੋਥ ਸਾਈਡ, ਫਿਰ ਆਪਾਂ ਕੀ ਕਰ ਦਿਆਂਗੇ, ਇੰਟੀਗ੍ਰੇਟਿੰਗ ਬੋਥ ਸਾਈਡ, ਦੋਵੇਂ ਸਾਈਡ ਤੇ ਕੀ ਕਰ ਦਿਆਂਗੇ ਪੁੱਤਰ, ਇੰਟੀਗ੍ਰੇਟ। ਉਹਨੂੰ ਆਪਾਂ ਇੰਟੀਗ੍ਰੇਟ ਕੀਤਾ dx, ਇੱਧਰ ਆਪਾਂ ਇੰਟੀਗ੍ਰੇਟ ਕੀਤਾ v into dt। ਹੁਣ ਲਿਮਟ ਵੇਖੋ, ਇੱਥੇ ਕਿੰਦੇ ਨਾਲ ਚੇਂਜ ਹੋ ਰਿਹਾ, ਡਿਸਪਲੇਸਮੈਂਟ ਨਾਲ, ਇਸ ਲਈ ਇੱਥੇ ਯੂਨਿਟ ਵੀ ਕੀ ਆਉਣਗੇ, ਲਿਮਟ ਵੀ ਕੀ ਆਉਣਗੀਆਂ ਡਿਸਪਲੇਸਮੈਂਟ ਦੀਆਂ। ਜਦੋਂ ਟਾਈਮ 0 ਸੀ, ਪੁਆਇੰਟ ਕਲੀਅਰ ਦੇਖੋ, ਜਦੋਂ ਆਪਣੇ ਕੋਲ ਟਾਈਮ 0 ਸੀ ਉਸ ਸਮੇਂ ਦੇਖੋ ਤੁਹਾਡੀ ਜਿਹੜੀ ਵੈਲਿਊ ਹੈ
ਇਹ ਤਾਂ ਇਨੀਸ਼ੀਅਲ ਵੈਲੋਸਿਟੀ ਦਿੱਤੀ ਹੈ, ਮੰਨ ਲਓ ਉਸ ਸਮੇਂ ਇਹਦੀ ਵੈਲਿਊ ਸੀ x0, ਜਿਹੜਾ ਡਿਸਟੈਂਸ ਕਵਰ ਕੀਤਾ ਸੀ, ਤੇ ਇੱਥੇ ਲੈ ਲਓ x। ਇਹਦਾ ਮਤਲਬ ਇੱਥੇ x ਦੀ ਵੈਲਿਊ ਕੀ ਆ ਜਾਊਗੀ, ਇਨੀਸ਼ੀਅਲੀ ਉਦੋਂ ਜਿਹੜਾ ਡਿਸਟੈਂਸ ਕਵਰ ਕੀਤਾ ਹੋਇਆ ਸੀ, ਮੰਨ ਲਓ x0 ਹੈ, ਠੀਕ ਹੈ ਜੀ। ਟਾਈਮ t ਚ ਕਿੰਨਾ ਕੀਤਾ x, ਵੈਲੋਸਿਟੀ ਉਦੋਂ ਕਿੰਨੀ ਸੀ ਬੇਟੇ u, ਇਨੀਸ਼ੀਅਲੀ ਟਾਈਮ t ਇਜ਼ ਇਕੁਅਲ ਟੂ 0, ਫਾਈਨਲ ਵੈਲੋਸਿਟੀ ਕਿੰਨੀ ਸੀ v। ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਆਪਣੇ ਕੋਲ dx ਜਦੋਂ ਸ਼ੁਰੂ ਕੀਤਾ ਉਦੋਂ ਕਿੰਨਾ ਡਿਸਟੈਂਸ ਕਵਰ ਕੀਤਾ ਸੀ ਫਰੋਮ ਓਰੀਜਨ x0, ਜਦੋਂ ਟਾਈਮ t ਸੀ ਤਾਂ ਉਦੋਂ ਕਿੰਨਾ ਡਿਸਟੈਂਸ ਸੀ ਓਰੀਜਨ ਤੋਂ ਦੂਰ x, ਠੀਕ ਹੈ ਜੀ। ਆ ਆਪਾਂ ਵੈਲਿਊ ਪੁੱਟ ਕੀਤੀ ਹੈ। ਇੱਧਰ ਟਾਈਮ ਦੇ ਅਕੋਰਡਿੰਗਲੀ ਕੀਤਾ, ਇੱਧਰ ਡਿਸਪਲੇਸਮੈਂਟ ਦੇ ਅਕੋਰਡਿੰਗਲੀ, ਕਿਉਂਕਿ ਇੱਧਰ ਇੰਟੀਗ੍ਰੇਸ਼ਨ ਵਿਦ ਰਿਸਪੈਕਟ ਟੂ ਡਿਸਪਲੇਸਮੈਂਟ ਹੈ, ਇੱਧਰ ਟਾਈਮ ਹੈ। ਜਦੋਂ x0 ਸੀ ਤਾਂ ਟਾਈਮ ਕਿੰਨਾ ਸੀਗਾ 0। ਇਨੀਸ਼ੀਅਲੀ ਤੁਸੀਂ ਜਦੋਂ ਕੈਲਕੂਲੇਸ਼ਨ ਲੈਣੀ ਸ਼ੁਰੂ ਕੀਤੀ t ਇਜ਼ ਇਕੁਅਲ ਟੂ 0 ਦਾ ਮਤਲਬ ਕੀ ਹੈ, ਜਦੋਂ ਤੁਸੀਂ ਰੀਡਿੰਗ ਲੈਣੀ ਸ਼ੁਰੂ ਕੀਤੀ ਤਾਂ ਇਹ ਹੋ ਸਕਦਾ ਹੈ ਨਾ ਆਲਰੇਡੀ ਜਿਹੜਾ ਤੁਹਾਡਾ ਆਬਜੈਕਟ ਹੈ ਉਹ ਮੂਵ ਕਰ ਗਿਆ ਹੋਵੇ। ਪੁਆਇੰਟ ਨੂੰ ਸਮਝੋ, ਤੁਸੀਂ 0 ਵੀ ਲੈ ਸਕਦੇ ਹੋ ਜੇ ਓਰੀਜਨ ਤੋਂ ਸਟਾਰਟ ਕਰਿਆ ਆਪਾਂ ਲਈਏ। ਆ ਦੇਖੋ ਇਸ ਤਰ੍ਹਾਂ ਦਾ ਰਿਲੇਸ਼ਨ ਹੈ, ਮੰਨ ਲਓ ਆ ਓਰੀਜਨ ਹੈ ਜਿੱਥੇ ਤੁਸੀਂ ਰੀਡਿੰਗ ਲੈਣੀ ਸ਼ੁਰੂ ਕੀਤੀ, ਤੁਸੀਂ ਇੱਥੋਂ ਰੀਡਿੰਗ ਲੈਣੀ ਸ਼ੁਰੂ ਕੀਤੀ ਹੈ, ਆ t ਇਜ਼ ਇਕੁਅਲ ਟੂ 0 ਹੈ, ਤਾਂ ਉਦੋਂ ਆਲਰੇਡੀ ਆਬਜੈਕਟ ਕੀ ਕੀਤਾ ਸੀ, ਕੁਝ ਡਿਸਟੈਂਸ ਓਰੀਜਨ ਤੋਂ ਕੀ ਕਰ ਚੁੱਕਿਆ ਸੀਗਾ, ਮੂਵ ਕਰ ਚੁੱਕਿਆ ਸੀ ਨਾ। ਜਦੋਂ ਤੁਸੀਂ ਦੂਜੀ ਵੈਲਿਊ ਲਈ t ਇਜ਼ ਇਕੁਅਲ ਟੂ t, ਤਾਂ ਉਦੋਂ ਉਹਦਾ ਓਰੀਜਨ ਤੋਂ ਡਿਸਟੈਂਸ ਕਿੰਨਾ ਸੀਗਾ x। ਆ ਗੱਲ ਕਹੀ ਆਪਾਂ, ਕਲੀਅਰ ਹੋਇਆ ਕਿ ਨਹੀਂ ਹੋਇਆ? ਤਾਂ ਟਾਈਮ ਦੇ ਇੰਟਰਵਲ ਕੀ ਹੈ, t ਇਜ਼ ਇਕੁਅਲ ਟੂ 0 ਤੇ t ਇਜ਼ ਇਕੁਅਲ ਟੂ t। ਤੇ ਡਿਸਪਲੇਸਮੈਂਟ ਕੀ ਹੈ, ਇੱਥੇ ਕੈਲਕੂਲੇਸ਼ਨ ਕੀਤੀ ਤਾਂ ਇੱਥੇ ਡਿਸਪਲੇਸਮੈਂਟ ਕਿੰਨਾ ਸੀ x0, ਇੱਥੇ ਡਿਸਪਲੇਸਮੈਂਟ ਕਿੰਨਾ ਸੀ x, ਆਪਾਂ ਪੁੱਟ ਕਰਤਾ x0 to x, t is equal to 0 to t। ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਠੀਕ ਹੈ, ਦੋਵਾਂ ਦਾ ਸਟੈਪ ਆਪਣੇ ਕੋਲ ਸੇਮ ਸੀ। ਪਹਿਲੀ ਇਕੁਏਸ਼ਨ ਆਪਾਂ ਡਰਾਈਵ ਕਰਨੀ ਸੀ v ਦੇ ਵਿੱਚ, ਤਾਂ a ਦੀ ਡੈਫੀਨੇਸ਼ਨ ਤੋਂ ਚੱਕ ਲਿਆ। ਦੂਜੀ ਆਪਾਂ x ਤੋਂ ਕਰਨੀ ਸੀ ਤਾਂ ਆਪਾਂ v ਤੋਂ ਇੱਕ ਸਟੈਪ ਉੱਪਰ ਆਪਾਂ ਚਲੇ ਗਏ। ਹੁਣ ਇਹਨੂੰ ਇੰਟੀਗ੍ਰੇਟ ਕਰੀਏ ਤਾਂ ਆਪਾਂ ਹੁਣੇ ਰਿਲੇਸ਼ਨ ਕੀਤਾ ਸੀ 1 into dx ਕੀ ਆ ਜਾਊਗਾ x, ਲਿਮਿਟ ਕੀ ਸੀ x0 to x, ਠੀਕ ਹੈ। ਇਨੀਸ਼ੀਅਲ ਪੋਜੀਸ਼ਨ ਹੈ, ਆ ਫਾਈਨਲ ਪੋਜੀਸ਼ਨ ਹੈ। ਇੱਧਰ ਸੋਲਵ ਕਰੋ, ਦੇਖੋ ਇੱਧਰ ਜਦੋਂ ਅਸੀਂ ਇਹਨੂੰ ਸੋਲਵ ਕਰਾਂਗੇ ਤਾਂ ਕੀ ਬਣੂਗਾ ਬੇਟੇ? ਕੱਲ ਅਸੀਂ ਇੱਕ ਫਾਰਮੂਲਾ ਕੀਤਾ ਸੀ x ਦੀ n into dx, ਇਹ ਆਪਾਂ ਕੀਤਾ ਸੀ ਨਾ ਕੱਲ ਰਿਲੇਸ਼ਨ ਬੇਟੇ, x ਦੀ n into dx। ਹੁਣ ਧਿਆਨ ਨਾਲ ਜੇ ਆਪਾਂ ਇਸ ਚੀਜ਼ ਨੂੰ ਨੋਟ ਕਰੀਏ, ਜਿਹੜਾ ਇਹ ਰਿਲੇਸ਼ਨ ਹੈ ਆਪਣੇ ਕੋਲੇ, ਜਿਹੜਾ ਆ v ਹੈ, ਇਹਨੂੰ ਚੇਂਜ ਕਰਨਾ ਪਏਗਾ, ਕਿਉਂਕਿ ਡਿਫਰੈਂਸ਼ੀਏਸ਼ਨ ਵਿਦ ਰਿਸਪੈਕਟ ਟੂ t ਹੋ ਰਿਹਾ, ਜਿਹੜਾ ਵੈਲੋਸਿਟੀ ਉਹ ਕਾਂਸਟੈਂਟ ਨਹੀਂ ਹੈਗੀ। ਜੇ ਤਾਂ ਕਾਂਸਟੈਂਟ ਹੁੰਦੀ ਮੈਂ ਇਹਨੂੰ ਬਾਹਰ ਕੱਢ ਦਿੰਦਾ। ਹੁਣ ਵੈਲੋਸਿਟੀ ਕੀ ਹੈ, ਪਹਿਲਾਂ u ਸੀ ਫਿਰ v ਹੋਈ ਹੈ, ਇਸ ਲਈ ਇਹਦਾ ਰਿਲੇਸ਼ਨ ਪੁੱਟ ਕਰਨਾ ਪਊਗਾ। ਤੇ ਇਹਦਾ ਰਿਲੇਸ਼ਨ ਸਾਡੇ ਕੋਲੇ ਕੀ ਹੈਗਾ ਬੇਟੇ, 0 to t। ਆਪਾਂ ਹੁਣੇ ਕੈਲਕੂਲੇਟ ਕੀਤਾ, v ਕਹਿੰਦੇ ਬਰਾਬਰ ਹੁੰਦਾ u plus at, ਕਹਿੰਦੇ ਬਰਾਬਰ ਹੁੰਦਾ v is equal to u plus at। ਕਲੀਅਰ ਹੋਇਆ ਕਿ ਨਹੀਂ ਹੋਇਆ? ਦੂਸਰਾ, ਜੇ ਅਸੀਂ ਦਿਮਾਗ ਲਾ ਕੇ ਚੱਲੀਏ, ਦੇਖੋ ਆਹ ਰਿਲੇਸ਼ਨ ਅਸੀਂ ਸੋਲਵ ਕੀਤਾ ਸੀਗਾ ਆਹ ਵਾਲਾ, ਇਹਦੇ ਚ a ਆ ਗਿਆ ਸੀ ਨਾ। ਹੁਣ ਜੇ ਅਸੀਂ ਇਹਨੂੰ ਸੋਲਵ ਮੈਂ ਮੰਨ ਲਓ ਸਿੱਧਾ ਕਰ ਦਿੰਦਾ ਤਾਂ ਇਹਦੇ ਤਾਂ ਹਜੇ a ਆਇਆ ਹੀ ਨਹੀਂ। ਤੇ ਇਕੁਏਸ਼ਨ ਕਾਹਦੇ ਵਾਸਤੇ ਡਰਾਈਵ ਕਰ ਰਹੇ ਹਾਂ, ਯੂਨੀਫਾਰਮਲੀ ਐਕਸਲਰੇਟਡ ਮੋਸ਼ਨ ਵਾਸਤੇ, ਇਹਦਾ ਮਤਲਬ a ਆਉਣਾ ਜ਼ਰੂਰੀ ਹੈ। ਟ੍ਰਿਕ ਦੇ ਤੌਰ ਤੇ ਆਪਾਂ ਯਾਦ ਰੱਖ ਸਕਦੇ ਹਾਂ। ਇਸ ਲਈ ਅਸੀਂ ਇੱਥੇ v ਦੀ ਵੈਲਿਊ ਪੁੱਟ ਕਿਹੜੀ ਕਰਾਂਗੇ, ਜਿਹੜੀ a ਦੀ ਟਰਮ ਚ ਹੈਗੀ, v is equal to u plus at। ਕਲੀਅਰ ਹੋਇਆ ਕਿ ਨਹੀਂ ਹੋਇਆ? ਇਹਨੂੰ ਪੁੱਟ ਕਰੋ, ਅਪਰ ਲਿਮਿਟ ਮਾਈਨਸ ਲੋਅਰ ਲਿਮਿਟ, ਇਹ ਬਣ ਗਿਆ x ਮਾਈਨਸ x0। ਪਹਿਲਾਂ x ਪੁੱਟ ਕੀਤਾ x ਦੀ ਥਾਂ ਤੇ, ਫਿਰ x0 ਪੁੱਟ ਕੀਤਾ, ਅਪਰ ਲਿਮਿਟ ਮਾਈਨਸ ਲੋਅਰ ਲਿਮਿਟ। ਇਹਨੂੰ ਸੋਲਵ ਕੀਤਾ ਤਾਂ ਆਪਾਂ ਕੰਪੋਜ਼ਿਟ ਰਿਲੇਸ਼ਨ ਕੀਤਾ ਸੀ, ਇੰਟੀਗ੍ਰੇਸ਼ਨ ਇਹਦੀ ਅਲੱਗ ਕੱਢਾਂਗੇ, ਇਹਦੀ ਅਲੱਗ ਕੱਢਾਂਗੇ, ਜੇ ਪਲੱਸ ਹੋਵੇ ਤਾਂ ਫਾਰਮੂਲਾ ਕੀਤਾ ਸੀ u into dt 0 to t, ਇੱਥੇ ਹੋ ਗਿਆ 0 to t at into dt। ਕਲੀਅਰ ਹੋਇਆ ਕਿ ਨਹੀਂ ਹੋਇਆ? ਹੁਣ u ਹੈ ਜਿਹੜੀ ਤੁਹਾਡੀ ਉਹ ਇਨੀਸ਼ੀਅਲ ਵੈਲੋਸਿਟੀ ਹੈ, u ਤੁਹਾਡੇ ਕੋਲ ਕੀ ਹੈ, ਤੁਹਾਡੀ ਇਨੀਸ਼ੀਅਲ ਵੈਲੋਸਿਟੀ, ਇਸ ਲਈ ਕਾਂਸਟੈਂਟ ਹੈ। ਸਟਾਰਟਿੰਗ ਤੇ ਜਿਹੜੀ ਵੀ ਵੈਲੋਸਿਟੀ ਹੋਊਗੀ ਉਹ ਕਾਂਸਟੈਂਟ ਹੋਊਗੀ, ਕਿਉਂਕਿ ਉਹ ਸਟਾਰਟਿੰਗ ਤੇ ਜਿਹੜੀ ਵੈਲਿਊ ਲੈ ਲਈ, ਉਸ ਤੋਂ ਬਾਅਦ ਕੋਈ ਚੇਂਜ ਹੋਣੀ, ਉਹ ਤਾਂ ਇਨੀਸ਼ੀਅਲ ਹੈ। ਤਾਂ u ਕੈਨ ਬੀ ਟੇਕਨ ਆਊਟਸਾਈਡ। ਤਾਂ ਆਹ ਰਿਲੇਸ਼ਨ ਸਾਡੇ ਕੋਲ ਕੀ ਬਣ ਗਿਆ, ਇੱਥੇ ਆ u ਨੂੰ ਮੈਂ ਜੇ ਬਾਹਰ ਲਿਖਦੇ ਹਾਂ, 1 into dt ਦਾ ਕੀ ਬਣ ਗਿਆ, t
लिमिट की है 0 टू टी। इधर देखो एक्सेलरेशन की है बेटे, इस रिलेशन च यूनिफॉर्मली एक्सेलरेटेड मोशन। मोशन किस तरह का? यूनिफॉर्मली एक्सेलरेटेड, मतलब ए की है कांस्टेंट, ए कैन बी टेकन आउटसाइड, इतने ए रह गया, इतने टी रह गया। दसो बेटे पॉइंट क्लीयर होया कि नहीं होया? ਹੁਣ t ਦੀ ਪਾਵਰ 1 ਹੈ, ਵੇਖੋ ਅਸੀਂ ਕੱਲ ਰਿਲੇਸ਼ਨ ਕੀਤਾ ਸੀ x ਦੀ n into dx ਦਾ ਇੰਟੀਗ੍ਰੇਸ਼ਨ, ਤਾਂ ਫਾਰਮੂਲਾ ਕੀ ਸੀ? x ਦੀ n plus 1 over n plus 1। ਦੇਖੋ dx ਦਾ x ਨਾਲ ਹੋ ਰਿਹਾ, ਆਹ ਰਿਲੇਸ਼ਨ ਸੀਗਾ। ਹੁਣ ਆ ਵੀ ਸਿਚੁਏਸ਼ਨ ਸੇਮ ਬਣੀ ਹੋਈ ਹੈ, ਕਲੀਅਰ ਹੋਇਆ ਕਿ ਨਹੀਂ ਹੋਇਆ? ਸਿਚੁਏਸ਼ਨ ਕੀ ਹੈ? ਸੇਮ। t ਦੀ ਪਾਵਰ 1 ਹੈ, ਜਦੋਂ ਇਹਨੂੰ ਸੋਲਵ ਕਰਾਂਗੇ ਤਾਂ ਕੀ ਬਣ ਜਾਊਗਾ? a ਬਾਹਰ ਉਵੇਂ ਦੋਵੇਂ ਰਹਿ ਜਾਊਗਾ, t ਦੀ 1 plus 1 over 1 plus 1। ਲਿਮਟ ਕੀ ਹੈ? 0 ਟੂ t। ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? इधर आप लिया x माइनस एक्स नॉट इक्वल टू u, अपर लिमिट माइनस लोअर लिमिट बन गया t माइनस 0 प्लस a, इतने की बन गया बेटे t स्क्वायर डिवाइड बाय 2। लिमिट की आ गई 0 टू t। आ 2 ਨੂੰ मैं बाहर ਕੱਢ ਦਿਆਂ, कांस्टेंट है, ये बन गया t स्क्वायर 0 टू t। ਦੱਸੋ बेटे पॉइंट क्लियर होया कि नहीं होया? ਇਹਨੂੰ ਸੋਲਵ ਕੀਤਾ ਤੇ ਰਹਿ ਗਿਆ ut, ਕਿਉਂਕਿ 0 ਨਾਲ ਇਹਦੇ ਨਾਲ ਮਲਟੀਪਲਾਈ ਕੀਤਾ t ਆ ਗਿਆ, ਇਹਦੇ ਨਾਲ ਮਲਟੀਪਲਾਈ ਕੀਤਾ 0 ਆ ਗਿਆ, ਪਲਸ ਇੱਥੇ ਰਹਿ ਗਿਆ a ਬਾय 2 ਨਾਲ ਅਪਰ ਲਿਮਟ ਮਾਈਨਸ ਲੋਅਰ ਲਿਮਟ, ਇਹ ਬਣ ਗਿਆ ਟੀ ਸਕੁਅਰ ਮਾਈਨਸ 0। ਜਦੋਂ ਟੀ ਪੁੱਟ ਕੀਤਾ ਟੀ ਸਕੁਅਰ ਬਣ ਗਿਆ, 0 ਪੁੱਟ ਕੀਤਾ 0 ਬਣ ਗਿਆ, ਇਹਦਾ ਮਤਲਬ ਆ ਟਰਮ ਖਤਮ ਹੋ ਗਈ। ਤਾਂ ਇਹ ਕੀ ਬਣ ਗਿਆ ਬੇਟੇ? ਰਿਲੇਸ਼ਨ ਬਣ ਗਿਆ x ਮਾਈਨਸ x ਨੋਟ ਆਪਣੇ ਕੋਲ ਕਹਿੰਦੇ ਬਰਾਬਰ ਹੋ ਗਿਆ ut ਪਲਸ ਹਾਫ at ਸਕੁਅਰ। ਦੇਖੋ ਧਿਆਨ ਨਾਲ, ਆ ਹਾਫ at ਸਕੁਅਰ ਬਣ ਗਿਆ, ਆ ut ਬਣ ਗਿਆ, ਇਧਰ ਬਣ ਗਿਆ x ਮਾਈਨਸ x ਨੋਟ। ਹੁਣ x ਮਾਈਨਸ x ਨੋਟ ਕੀ ਹੈ? ਫਾਈਨਲ ਪੋਜੀਸ਼ਨ ਮਾਈਨਸ ਇਨੀਸ਼ੀਅਲ ਪੋਜੀਸ਼ਨ। ਤਾਂ ਉਹ ਆਪਣੇ ਕੋਲ ਕੀ ਹੁੰਦਾ? ਡਿਸਪਲੇਸਮੈਂਟ। ਫਾਈਨਲ ਪੋਜੀਸ਼ਨ ਮਾਈਨਸ ਇਨੀਸ਼ੀਅਲ ਪੋਜੀਸ਼ਨ ਕੀ ਹੁੰਦਾ? ਉਹਨੂੰ ਆਪਾਂ s ਨਾਲ ਡਿਨੋਟ ਕੀਤਾ, ਤਾਂ ਫਾਰਮੂਲਾ ਕੀ ਬਣ ਗਿਆ? s is equal to ut plus half at। ਦੱਸੋ ਬੇਟੇ ਇਹ ਪੁਆਇੰਟ ਕਲੀਅਰ ਹੋਇਆ? ਸਾਰਿਆਂ ਨੂੰ ਕਲੀਅਰ ਹੈ? ਕਿਹੜੀ ਬੇਟੇ? ਆ ਪਿੱਛੇ, ਹਾਂਜੀ ਇੱਥੇ, ਹਾਂਜੀ ਦੇਖੋ ਬੇਟੇ ਜਦੋਂ ਅਸੀਂ ਇੰਟੀਗ੍ਰੇਟ ਕਰ ਰਹੇ ਹਾਂ ਕਿਸੇ ਵੀ ਚੀਜ਼ ਨੂੰ, ਜਿਵੇਂ ਮੰਨ ਲਓ ਆਹ ਇਕੁਏਸ਼ਨ ਸੀ ਆਪਣੇ ਕੋਲੇ t into dt, ਤਾਂ ਇੱਥੇ ਆਪਾਂ ਲਿਮਿਟ ਵੇਖਣੀ ਵੀ ਕਿਹੜੀਆਂ ਪੁੱਟ ਕਰੀਏ। ਕੋਈ ਵੀ ਪੁੱਟ ਕਰ ਸਕਦੇ ਹਾਂ, t1 t2 ਵੀ ਪੁੱਟ ਕਰ ਸਕਦੇ ਹਾਂ, ਜਿਹੜਾ ਵੀ ਤੁਹਾਡਾ ਇੰਟਰਵਲ ਹੈ। ਆਪਾਂ ਇੰਟਰਵਲ ਕੀ ਲੈ ਕੇ ਚੱਲੇ ਆ? ਆਪਾਂ ਇਸ ਤਰ੍ਹਾਂ ਦਾ ਇੰਟਰਵਲ ਲੈ ਕੇ ਚੱਲੇ ਹੋਏ ਆ ਵੀ ਅਸੀਂ ਸਟਾਰਟ ਕੀਤਾ ਹੈਗਾ, ਮੰਨ ਲਓ t is equal to 0 ਤੋਂ ਰੀਡਿੰਗ ਲੈਣਾ ਤੇ t is equal to t ਤੱਕ ਕੋਈ ਵੀ ਇੰਟਰਵਲ ਲਵਾਂਗੇ ਨਾ, ਉਹਦੇ ਚ ਕੈਲਕੂਲੇਸ਼ਨ ਕਰਾਂਗੇ ਨਾ ਜਿੰਦੇ ਵਿੱਚ a ਕਾਂਸਟੈਂਟ ਹੈ, ਕੋਈ ਨਾ ਕੋਈ ਤਾਂ ਇੰਟਰਵਲ ਲਾਉਂਗੇ ਹੀ। ਤੁਸੀਂ ਇੱਥੇ t1 t2 ਲੈ ਲਓ ਤਾਂ ਲਿਮਿਟ ਕੀ ਆ ਜੂਗੀ? ਇੱਥੇ t1 ਆ ਜਾਊਗਾ, ਇੱਥੇ t2 ਆ ਜਾਊਗਾ। ਤੁਸੀਂ t5 t6 ਲੈ ਲਓ, ਇੱਥੇ t5 ਆ ਜਾਊ, ਇੱਥੇ t6 ਆ ਜਾਊਗਾ। ਹੁਣ ਮੈਂ ਲਿਆ t is equal to 0 to t is equal to t, ਤਾਂ ਆ ਗਿਆ 0 to t। ਸਟਾਰਟ ਕਿੱਥੋਂ ਕੀਤੀਆਂ ਉਹ ਆ ਜਾਊਗਾ, ਜਿੱਥੋਂ ਤੱਕ ਗਏ ਉਹ ਵੇਲੇ ਆ। ਕਲੀਅਰ ਹੋਇਆ ਕਿ ਨਹੀਂ ਹੋਇਆ? ਇਸ ਚੀਜ਼ ਦਾ ਧਿਆਨ ਰੱਖਣਾ ਹੁੰਦਾ ਬੇਟੇ ਵੀ ਇੰਟੀਗ੍ਰੇਸ਼ਨ ਕਿੰਦੇ ਵਿਦ ਰਿਸਪੈਕਟ ਟੂ ਕਰ ਰਹੇ ਹੋ, ਹੁੰਦੀਆਂ ਹੀ ਲਿਮਿਟਸ ਇੱਥੇ ਪੁੱਟ ਹੁੰਦੀਆਂ। ਧਿਆਨ ਨਾਲ ਦੇਖੋ, ਇੱਧਰ ਕੀ ਸੀਗਾ? ਇੱਥੇ dx ਸੀਗਾ, ਇੱਥੇ ਆ ਰਿਲੇਸ਼ਨ ਸੀ ਨਾ। ਦੇਖੋ ਜੇ ਹੁਣ ਆ ਰਿਲੇਸ਼ਨ ਹੈ dx, ਤਾਂ ਇੱਥੇ ਲਿਮਿਟ ਕਿਹੜੀਆਂ ਪੁੱਟ ਹੋਣਗੀਆਂ? ਟਾਈਮ ਦੀਆਂ ਨਹੀਂ ਪੁੱਟ ਹੋਣਗੀਆਂ ਬੇਟੇ, ਕਿਉਂਕਿ ਡਿਫਰੈਂਸ ਇੰਟੀਗ੍ਰੇਸ਼ਨ ਕਿੰਦੇ ਵਿਦ ਰਿਸਪੈਕਟ ਟੂ ਕਰ ਰਹੇ ਹੋ? ਵਿਦ ਡਿਸਪਲੇਸਮੈਂਟ ਕਰ ਰਹੇ ਹੋ, x ਨਾਲ ਕਰ ਰਹੇ ਹੋ, ਇਸ ਲਈ ਲਿਮਿਟ ਵੀ ਇੱਥੇ ਕੀ ਪੁੱਟ ਹੋਣਗੀਆਂ? ਕਿੰਨੀਆਂ ਪੁੱਟ ਹੋਣਗੀਆਂ? ਹਾਂਜੀ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਜਿਵੇਂ ਮੰਨ ਲਓ ਮੈਂ ਇੱਥੇ ਕੋਈ ਵੀ ਰਿਲੇਸ਼ਨ ਐਵੇਂ ਰੈਂਡਮਲੀ ਲਿਖਦੇ ਆ, ਦੇਖੋ ਮੈਂ ਆ ਰਿਲੇਸ਼ਨ ਲਿਖਤਾ dv, ਤਾਂ ਇੱਥੇ ਲਿਮਿਟ ਕੀ ਪੁੱਟ ਹੋਣਗੀਆਂ? ਜਿਹੜੀਆਂ ਵੀ ਪੁੱਟ ਕਰਾਂਗੇ, ਕਹਿਣ ਦਾ ਮਤਲਬ u2 ਵੀ ਨਹੀਂ, ਜਿਹੜੀਆਂ ਵੀ ਪੁੱਟ ਕਰਾਂਗੇ ਉਹ ਵੈਲੋਸਿਟੀ ਦੀਆਂ ਹੀ ਹੋਣਗੀਆਂ। u2 ਵੀ ਤੁਸੀਂ ਤਾਂ ਲਿਆ ਕਿਉਂਕਿ ਤੁਸੀਂ ਇੰਟਰਵਲ ਲਿਆ ਇਨੀਸ਼ੀਅਲ ਵੈਲੋਸਿਟੀ ਤੇ ਫਾਈਨਲ ਵੈਲੋਸਿਟੀ ਦਾ। ਸਮਝ ਲੱਗੀ ਕਿ ਨਹੀਂ ਲੱਗੀ? ਠੀਕ ਹੈ, ਇਹ ਦੋ ਰਿਲੇਸ਼ਨ ਸੀ ਜਿਹੜੇ ਅਸੀਂ ਸੋਲਵ ਕਰ ਲਏ।
ਹੁਣ ਤੀਸਰਾ ਰਿਲੇਸ਼ਨ ਦੇਖੋ ਆਪਣੇ ਕੋਲ ਕੀ ਹੈ, ਆਪਾਂ ਤਿੰਨ ਇਕੁਏਸ਼ਨਸ ਲਿਖੀਆਂ ਸੀ ਨਾ। ਇੱਕ ਤਾਂ ਇਕੁਏਸ਼ਨ ਸੀ v is equal to u plus at, ਇੱਕ ਆ ਰਿਲੇਸ਼ਨ ਸੀ s is equal to ut plus half at square। ਤੀਸਰਾ ਰਿਲੇਸ਼ਨ ਕੀ ਸੀ v square minus u square is equal to 2a। ਆ ਵੇਖੋ v ਕੱਢਣਾ ਸੀ ਤਾਂ a ਤੋਂ ਸ਼ੁਰੂ ਕਰ ਲਿਆ, ਡਿਸਪਲੇਸਮੈਂਟ ਕੱਢਣਾ ਸੀ ਤਾਂ v ਤੋਂ ਸ਼ੁਰੂ ਕਰ ਲਿਆ। ਹਿੰਟ, ਇਹ ਸਿੱਧਾ ਹੀ ਸੋਲਵ ਹੋ ਗਿਆ ਸੀ। ਜਦੋਂ ਇਹਨੂੰ ਸੋਲਵ ਕਰੀ ਜਾਂਦੇ ਸੀ ਤਾਂ ਇਹਦੇ ਵਿੱਚ a ਦੀ ਵੈਲਿਊ ਆਈ ਨਹੀਂ ਸੀ, a ਦੀ ਵੈਲਿਊ ਲੈ ਕੇ ਆਉਣ ਵਾਸਤੇ ਆ ਰਿਲੇਸ਼ਨ ਵਿੱਚ ਪੁੱਟ ਕਰਤਾ ਸੀ ਤੇ ਉਹਨੂੰ ਇੰਟੀਗ੍ਰੇਟ ਕਰਤਾ, ਸੋਲਵ ਹੋ ਗਿਆ। ਹੁਣ ਆਹ ਰਿਲੇਸ਼ਨ ਕੈਲਕੂਲੇਟ ਕਰਨਾ ਹੈ। ਇਹ ਰਿਲੇਸ਼ਨ ਕੀ ਹੈ ਬੇਟੇ, v ਤੇ x ਦਾ, ਵੈਲੋਸਿਟੀ ਤੇ ਡਿਸਪਲੇਸਮੈਂਟ ਦਾ। ਸਮਝ ਲੱਗੀ ਕਿ ਨਹੀਂ? ਥਰਡ ਰਿਲੇਸ਼ਨ ਕੀ ਹੈ, ਵੈਲੋਸਿਟੀ डिस्प्लेसमेंट रिलेशन। वेलोसिटी डिस्प्लेसमेंट रिलेशन। ਹੁਣ ਦੇਖੋ ਪਹਿਲਾਂ ਵੀ ਵੈਲੋਸਿਟੀ ਕੱਢਣੀ ਸੀ ਤਾਂ ਇੱਕ ਸਟੈਪ ਉੱਪਰ ਗਏ ਸੀ ਐਕਸਲਰੇਸ਼ਨ ਤੇ, ਐਂ ਕੀਤਾ ਸੀ ਨਾ। ਹੁਣ ਵੀ ਆਪਾਂ ਡੈਫੀਨੇਸ਼ਨ ਲਾਈਏ, ਆਪਾਂ ਕਹੀਏ ਫਰੋਮ ਡੈਫੀਨੇਸ਼ਨ ਆਫ ਐਕਸਲਰੇਸ਼ਨ, ਇਹ ਕਿੰਦੇ ਬਰਾਬਰ ਹੁੰਦਾ, dv ਬਾਏ dt। ਬਟ ਜਿਹੜਾ ਪੁਆਇੰਟ ਨੋਟ ਕਰਨ ਵਾਲਾ ਹੈ, ਇਹਦੇ ਤਾਂ ਟਾਈਮ ਹੈ ਹੀ ਨਹੀਂ। ਪਿਛਲੇ ਵਾਲੇ ਰਿਲੇਸ਼ਨ 'ਚ ਟਾਈਮ ਹੈਗਾ ਸੀ, ਪਹਿਲੇ 'ਚ ਵੀ ਟਾਈਮ ਹੈਗਾ ਸੀ ਤਾਂ ਆਪਾਂ ਸਿੱਧਾ ਸੋਲਵ ਕਰਤਾ, ਬਟ ਇਹਦੇ ਵਿੱਚ ਆਪਣੇ ਕੋਲ ਕੀ ਹੈ, ਟਾਈਮ ਹੈ ਹੀ ਨਹੀਂ। ਇਹਦਾ ਮਤਲਬ ਟਾਈਮ ਨੂੰ ਸਾਨੂੰ ਇਹਦੇ 'ਚੋਂ ਕੀ ਕਰਨਾ ਪਊਗਾ, ਰਿਮੂਵ ਕਰਨਾ ਪਊਗਾ ਤੇ ਕੀ ਲੈ ਕੇ ਆਉਣਾ ਪਊਗਾ, ਡਿਸਪਲੇਸਮੈਂਟ ਜਾਂ ਵੈਲੋਸਿਟੀ। ਆਪਾਂ ਇਹਨੂੰ ਐ ਕਰ ਸਕਦੇ ਹਾਂ ਬੇਟੇ, ਇਹਨੂੰ dx ਨਾਲ ਡਿਵਾਈਡ ਕਰ ਦਈਏ, dx ਨਾਲ ਮਲਟੀਪਲਾਈ ਕਰ ਦਈਏ, ਕਰ ਸਕਦੇ ਕਿ ਨਹੀਂ ਕਰ ਸਕਦੇ ਬੇਟੇ? ਆਵਾਜ਼ ਆ ਰਹੀ ਹੈ ਬੇਟੇ? ਜੇ ਇੱਕ ਟਰਮ ਨਾਲ ਉੱਪਰ ਥੱਲੇ ਮਲਟੀਪਲਾਈ ਕਰ ਦਈਏ ਕੋਈ ਫਰਕ ਨਹੀਂ ਪੈਂਦਾ। ਮੈਂ ਇਹਨੂੰ ਰੀਅਰੇਂਜ ਕਰਨ ਲੱਗਿਆ, ਮੈਂ ਆਹ ਟਰਮ ਨੂੰ ਇਕੱਠਾ ਕਰਨ ਲੱਗਿਆ, ਆਹ ਵਾਲੀ। ਤਾਂ ਇਹ ਬਣ ਗਿਆ dv ਬਾਏ dt ਇੰਟੂ dx ਬਾਏ dt। dx ਬਾਏ dt ਕੀ ਹੁੰਦਾ ਬੇਟੇ, v, ਤਾਂ ਇਹ ਕਹਿੰਦੇ ਬਰਾਬਰ ਹੋ ਗਿਆ v ਇੰਟੂ dv ਬਾਏ dt। ਗਲਤ ਲਿਖ ਗਿਆ, t ਨਹੀਂ ਗਾ ਇੱਥੇ, ਥੱਲੇ ਆਪਣੇ ਕੋਲ ਕੀ ਸੀਗਾ ਇੱਥੇ, x। ਇੱਥੇ ਆਪਣੇ ਕੋਲ ਕੀ ਹੈ, dx ਨਾਲ ਡਿਵਾਈਡ ਕੀਤਾ, dx ਨਾਲ ਮਲਟੀਪਲਾਈ ਕੀਤਾ ਨਾ। ਇਹਨੂੰ ਆਪਾਂ dx ਬਾਈ dt ਅਲੱਗ ਕਰ ਲਿਆ, ਧਿਆਨ ਨਾਲ ਦੇਖੋ। ਆਹ dx ਬਾਈ dt ਅਸੀਂ ਅਲੱਗ ਕਰ ਲਿਆ, ਬਾਕੀ ਆਹ ਕੀ ਰਹਿ ਗਿਆ, ਇੱਕ ਆ dv ਰਹਿ ਗਿਆ ਤੇ ਇੱਕ ਆ dx ਰਹਿ ਗਿਆ। ਕਲੀਅਰ ਹੋਇਆ ਕਿ ਨਹੀਂ ਹੋਇਆ? ਠੀਕ ਹੈ ਜੀ। ਤਾਂ ਆਹ ਰਿਲੇਸ਼ਨ ਇੱਥੇ ਆਪਣੇ ਕੋਲ ਕੀ ਆਊਗਾ, ਮੈਂ ਦੁਬਾਰਾ ਲਿਖਦਾ ਇਹਨੂੰ, a ਆਹ ਟਰਮ ਬਣ ਗਈ dx ਬਾਈ dt, ਜਿਹੜੀ ਦੂਸਰੀ ਟਰਮ ਰਹਿ ਗਈ ਉਹ ਆ ਗਈ dv ਬਾਈ dx। ਮੈਨੂੰ ਕਿਵੇਂ ਪਤਾ ਲੱਗ ਗਿਆ ਬੇਟੇ ਵੀ ਗਲਤੀ ਹੋ ਗਈ? ਕਿਉਂਕਿ ਟਾਈਮ ਤਾਂ ਰਿਮੂਵ ਕੀਤਾ ਸੀ, ਥੱਲੇ ਫਿਰ ਟਾਈਮ ਆ ਗਿਆ ਸੀਗਾ। ਇੱਥੇ ਮੈਂ dv ਬਾਈ dt ਲਿਖਤਾ ਸੀ ਨਾ, ਤਾਂ ਉੱਥੇ ਟਾਈਮ ਤਾਂ ਰਿਮੂਵ ਕੀਤਾ ਤੇ ਟਾਈਮ ਫਿਰ ਆ ਗਿਆ, ਇਹਦਾ ਮਤਲਬ ਕਿਤੇ ਗਲਤੀ ਹੋ ਗਈ। ਹੁਣ dx ਬਾਈ dt ਕੀ ਹੈ, v, ਤਾਂ a ਦਾ ਰਿਲੇਸ਼ਨ ਕੀ ਹੋ ਗਿਆ ਬੇਟੇ, v dv ਬਾਈ dx। ਆਹ ਰਿਲੇਸ਼ਨ ਵੀ ਯਾਦ ਰੱਖਣਾ, ਜਿਵੇਂ ਐਕਸਲਰੇਸ਼ਨ ਦੇ ਆਪਾਂ ਦੂਜੇ ਰਿਲੇਸ਼ਨ ਯਾਦ ਰੱਖੇ ਨਾ, ਆਹ ਰਿਲੇਸ਼ਨ ਵੀ ਕੀ ਰੱਖਣਾ, ਯਾਦ ਰੱਖਣਾ। ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਸਿਰਫ ਇੱਕ ਸਟੈਪ ਸੀ, ਡਿਵਾਈਡਿੰਗ ਐਂਡ ਮਲਟੀਪਲਾਈਂਗ ਬਾਈ dx। ਠੀਕ ਹੈ। ਹੁਣ ਰਿਲੇਸ਼ਨ ਤੁਸੀਂ ਕਿੰਦਾ ਕੱਢਣਾ ਹੈਗਾ, v ਤੇ x ਦਾ। ਦੇਖੋ ਆਹ v ਤੇ dv ਇਕੱਠਾ ਆਇਆ ਪਿਆ, ਇਹਦਾ ਇੰਟੀਗ੍ਰੇਟ ਕਰਾਂਗੇ, ਆਹ x ਇਹਨੂੰ ਚੱਕ ਕੇ ਇੱਧਰ ਲਾ ਜਾਓ, ਇਹ ਬਣ ਗਿਆ a ਇੰਟੂ dx ਬਰਾਬਰ ਹੈ v ਇੰਟੂ d। ਦੱਸੋ ਬੇਟੇ ਸਟੈਪ ਕਲੀਅਰ ਹੋਇਆ ਕਿ ਨਹੀਂ ਹੋਇਆ? ਹੁਣ ਤੁਹਾਨੂੰ v ਤੇ x ਚਾਹੀਦਾ ਹੈ, ਵੇਖੋ ਇਹਨੂੰ ਸੋਲਵ ਕਰਾਂਗੇ ਤਾਂ v ਆ ਜੂ, ਇਹਨੂੰ ਸੋਲਵ ਕਰਾਂਗੇ ਤਾਂ x ਆ ਜਾਊਗਾ। ਤਾਂ ਕੀ ਕਰਤਾ, ਇੰਟੀਗ੍ਰੇਟਿੰਗ ਬੋਥ ਸਾਈਡ। ਕਲੀਅਰ ਹੋਇਆ ਕਿ ਨਹੀਂ ਹੋਇਆ? v ਇੰਟੂ dv, ਇਧਰ ਆਪਣੇ ਕੋਲ ਕੀ ਸੀ, a ਇੰਟੂ dx, ਅਸੀਂ ਇੰਟੀਗ੍ਰੇਟ ਕਰ। ਹੁਣ ਵੇਖੋ ਇਹਦੀਆਂ ਲਿਮਟ ਕੀ ਪੁੱਟ ਹੋਣਗੀਆਂ, ਇਹ ਵਿਦ ਰਿਸਪੈਕਟ ਟੂ v ਹੈ, ਇਨੀਸ਼ੀਅਲ u is equal to 0 ਤੇ u ਸੀ v ਸੀ,
ए ਤਾਂ ਕਾਂਸਟੈਂਟ ਹੈ, ਬਾਹਰ ਚਲਾ ਜਾਊਗਾ, ਇੱਥੇ x ਦੀਆਂ ਵੈਲਿਊਜ਼ ਪੁੱਟ ਹੋਣਗੀਆਂ। x ਜਦੋਂ ਇਨੀਸ਼ੀਅਲ ਸੀ ਤਾਂ ਡਿਸਪਲੇਸਮੈਂਟ 0 ਸੀ, ਜਦੋਂ ਟਾਈਮ t ਸੀ ਤਾਂ ਡਿਸਪਲੇਸਮੈਂਟ ਕੀ ਸੀਗੀ, x ਸੀ। ਕਲੀਅਰ ਹੋਇਆ ਕਿ ਨਹੀਂ ਹੋਇਆ? ਹੁਣ ਆਹ ਰਿਲੇਸ਼ਨ ਕੀ ਬਣ ਗਿਆ, x ਦੀ n into dx, ਇਹ ਬਣ ਗਿਆ v ਦੀ 1 + 1 ਓਵਰ 1 + 1। ਲਿਮਟ ਕੀ ਪੁੱਟ ਹੋ ਗਈ u to v, a ਕਾਂਸਟੈਂਟ ਸੀ, ਬਾਹਰ ਕੱਢਤਾ, ਪਿੱਛੇ ਰਹਿ ਗਿਆ ਸੀ dx, dx ਦਾ ਕੀ ਬਣ ਗਿਆ x, ਲਿਮਟ ਕੀ ਪੁੱਟ ਹੋ ਗਈ x naught to x। ਠੀਕ ਹੈ ਜੀ, ਇਹ ਬਣ ਗਿਆ v²/2, ਲਿਮਟ ਪੁੱਟ ਹੋ ਗਈ ਇੱਥੇ v, ਇੱਥੇ u, ਇੱਥੇ ਬਣ ਗਿਆ a, ਅਪਰ ਲਿਮਟ ਪੁੱਟ ਕੀਤੀ x ਆ ਗਿਆ, ਲੋਅਰ ਲਿਮਟ ਪੁੱਟ ਕੀਤੀ x naught ਆ ਗਿਆ, ਅਪਰ ਲਿਮਟ ਮਾਈਨਸ ਲੋਅਰ ਲਿਮਟ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਇੱਧਰ ਪੁੱਟ ਕਰੋ ਅਪਰ ਲਿਮਟ v²/2 ਮਾਈਨਸ ਲੋਅਰ ਲਿਮਟ, v ਦੀ ਥਾਂ ਤੇ ਕੀ ਪੁੱਟ ਕਰਤਾ ਜੀ, ਇਕੁਅਲ ਟੂ a, ਇਹ ਆਪਣੇ ਕੋਲ ਕੀ ਸੀ, ਡਿਸਪਲੇਸਮੈਂਟ, ਇਹਨੂੰ s ਪੁੱਟ ਕਰਤਾ। ਠੀਕ ਹੈ, ਆਹ ਰਿਲੇਸ਼ਨ ਦੇ ਵਿੱਚੋਂ ਐਲਸੀਐਮ 2 ਆ ਗਿਆ, v² ਮਾਈਨਸ u² ਡਿਵਾਈਡ ਬਾਈ 2 ਕਿੰਦੇ ਬਰਾਬਰ ਆ ਗਿਆ, as 2 ਨੂੰ ਉਧਰ ਜਾ ਕੇ ਕੀ ਕਰਤਾ, ਮਲਟੀਪਲਾਈ ਕਰਤਾ, ਇਹ ਬਣ ਗਿਆ v² ਮਾਈਨਸ u² ਇਕੁਅਲ ਟੂ 2as। ਦੱਸੋ ਬੇਟੇ ਰਿਲੇਸ਼ਨ ਕਲੀਅਰ ਹੋਇਆ ਕਿ ਨਹੀਂ ਹੋਇਆ? ਤਾਂ ਹੀ ਮੈਂ ਤੁਹਾਨੂੰ ਇੰਟੀਗ੍ਰੇਸ਼ਨ ਪਹਿਲਾਂ ਕਰਵਾਈ ਸੀ, ਕਿਉਂਕਿ ਇੰਟੀਗ੍ਰੇਸ਼ਨ ਦੇ ਫਾਰਮੂਲੇ, ਉਹਨਾਂ ਦੀਆਂ ਲਿਮਟਸ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ, ਕਿਉਂਕਿ ਇਹਦੇ ਵਿੱਚ ਸਿਰਫ ਟ੍ਰਿਕਸ ਹੈ। ਦੇਖੋ ਹੁਣ ਆਪਾਂ ਦੁਬਾਰਾ 1 ਮਿੰਟ ਚ ਰਿਵਾਈਜ਼ ਕਰੀਏ। ਪਹਿਲਾ ਰਿਲੇਸ਼ਨ ਕੀ ਸੀ, v ਇਕੁਅਲ ਟੂ u ਪਲਸ at, ਇਹਦਾ ਮਤਲਬ v ਤੇ t ਦਾ ਰਿਲੇਸ਼ਨ ਸੀਗਾ। ਤਾਂ ਸਟਾਰਟ ਕਿੱਥੋਂ ਕਰਾਂਗੇ, a ਦੀ ਡੈਫੀਨੇਸ਼ਨ ਤੋਂ। ਕਿੱਥੋਂ ਸਟਾਰਟ ਕਰਾਂਗੇ, a ਦੀ ਡੈਫੀਨੇਸ਼ਨ, a ਇਜ਼ ਇਕੁਅਲ ਟੂ dv/dt, ਇਹਨੂੰ ਇਧਰ ਮਲਟੀਪਲਾਈ ਕਰਕੇ ਇੰਟੀਗ੍ਰੇਟ ਕਰ ਦਿਓ, ਰਿਜ਼ਲਟ ਆ ਜਾਊਗਾ। ਸੈਕੰਡ ਰਿਲੇਸ਼ਨ ਕੀ ਸੀ, s ਇਜ਼ ਇਕੁਅਲ ਟੂ ut ਪਲਸ ਹਾਫ at²। ਠੀਕ ਹੈ ਜੀ, ਹੁਣ ਇੱਥੇ s ਹੈ, ਇਹ ਰਿਲੇਸ਼ਨ ਕਿੰਦੇ ਕਿੰਦੇ ਵਿਚਕਾਰ ਹੈ, ਇਹ ਰਿਲੇਸ਼ਨ ਹੈਗਾ s ਤੇ t ਦੇ ਵਿਚਕਾਰ, ਡਿਸਪਲੇਸਮੈਂਟ ਤੇ ਟਾਈਮ। ਤੇ ਇੱਕ ਸਟੈਪ ਅੱਗੇ ਚੱਲਾਂਗੇ ਤਾਂ ਕਹਿੰਦੇ ਤੋਂ ਸ਼ੁਰੂ ਕਰਾਂਗੇ, ਵੈਲੋਸਿਟੀ ਤੋਂ। ਵੈਲੋਸਿਟੀ ਕਹਿੰਦੇ ਬਰਾਬਰ ਹੁੰਦਾ dx/dt। ਹੁਣ ਆਹ ਰਿਲੇਸ਼ਨ ਦੇ ਵਿੱਚ x ਆਇਆ ਤੇ v ਆਇਆ, a ਨਹੀਂ ਆਇਆ, ਤੇ ਇੱਥੇ ਟ੍ਰਿਕ ਕੀ ਸੀ ਵੀ a ਦੀ ਵੈਲਿਊ ਕੀ ਕਰੋ, ਪੁੱਟ ਕਰਨ ਵਾਸਤੇ v ਦੀ ਵੈਲਿਊ ਪੁੱਟ ਕਰੋ u ਪਲਸ at। ਬਸ ਐਂ ਕਰਕੇ ਨਾ ਇਹਨੂੰ ਟ੍ਰਿਕ ਦੇ ਤੌਰ ਤੇ ਯਾਦ ਰੱਖੀਦਾ, ਬਾਕੀ ਇੰਟੀਗ੍ਰੇਸ਼ਨ ਹੈ। ਜਿਹੜਾ ਤੀਜਾ ਸਟੈਪ ਸੀ v² ਮਾਈਨਸ u² ਇਕੁਅਲ ਟੂ 2as, ਇੱਥੇ ਰਿਲੇਸ਼ਨ ਕੀ ਸੀਗਾ, v ਤੇ s ਦੇ ਵਿਚਕਾਰ ਰਿਲੇਸ਼ਨ ਸੀ, ਇਹਦਾ ਮਤਲਬ ਇੱਥੇ t ਹੈ ਨਹੀਂਗਾ। v ਤੋਂ ਉੱਪਰ ਜਾਓ, a ਦੇ ਰਿਲੇਸ਼ਨ ਤੋਂ ਸ਼ੁਰੂ ਕਰੋ dv/dt, ਪਰ ਰਿਲੇਸ਼ਨ ਚ t ਹੈ ਨਹੀਂ, t ਰਿਮੂਵ ਕਰਨਾ ਹੈ ਤਾਂ dx ਨਾਲ ਡਿਵਾਈਡ, dx ਨਾਲ ਮਲਟੀਪਲਾਈ, ਬਸ ਇਹਨੂੰ ਰਿਲੇਸ਼ਨ ਨੂੰ ਪੁੱਟ ਕਰੋ, ਇਹ v ਬਣ ਜਾਊਗਾ, ਇਹ ਬਣ ਜਾਊਗਾ dv/dx ਇਕੁਅਲ ਟੂ a, ਇਹਨੂੰ ਰੀਅਰੇਂਜ ਕਰੋ ਤੇ ਇੰਟੀਗ੍ਰੇਟ ਕਰ ਦਿਓ। ਦੱਸੋ ਬੇਟੇ ਕਲੀਅਰ ਹੋਇਆ ਕਿ ਨਹੀਂ ਹੋਇਆ? ਕਲੀਅਰ ਹੈ ਬੇਟੇ? ਇਹ ਇਕੁਏਸ਼ਨਸ ਅਸੀਂ ਡਰਾਈਵ ਕੀਤੀਆਂ ਸੀ ਯੂਨੀਫਾਰਮਲੀ ਐਕਸਲਰੇਟਡ ਮੋਸ਼ਨ ਵਾਸਤੇ। ਠੀਕ ਹੈ ਜੀ, ਜੇਕਰ ਮੋਸ਼ਨ ਅੰਡਰ ਗ੍ਰੈਵਿਟੀ ਹੋਵੇ, ਮੋਸ਼ਨ ਕੀ ਹੋਵੇ, ਅੰਡਰ ਗ੍ਰੈਵਿਟੀ, ਗ੍ਰੈਵਿਟੀ ਮਤਲਬ ਧਰਤੀ, ਕੋਈ ਬਾਡੀ ਉੱਪਰ ਜਾ ਰਹੀ ਹੈ, ਕੋਈ ਬਾਡੀ ਨੀਚੇ ਆ ਰਹੀ ਹੈ, ਤਾਂ ਉੱਥੇ a ਦੀ ਥਾਂ ਤੇ ਕੀ ਪੁੱਟ ਹੋ ਜਾਊਗਾ, g ਆਪਣੇ ਕੋਲ ਕੀ, ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ, ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ, ਇਹਦੀ ਵੈਲਿਊ ਕੀ ਹੁੰਦੀ ਹੈ 9.8 ਮੀਟਰ ਪਰ ਸੈਕਿੰਡ ਸਕੁਅਰ। ਧਰਤੀ ਜਿਹੜੀ ਐਕਸਲਰੇਸ਼ਨ ਨਾਲ ਵਸਤੂਆਂ ਨੂੰ ਆਪਦੇ ਵੱਲ ਖਿੱਚਦੀ ਹੈ, ਕਿਉਂਕਿ ਅੰਡਰ ਗ੍ਰੈਵਿਟੀ ਡਿਸਕਸ ਕਰਾਂਗੇ ਤਾਂ ਸਾਰੇ ਰਿਲੇਸ਼ਨ ਕੀ ਹੋ ਜਾਣਗੇ, v ਇਜ਼ ਇਕੁਅਲ ਟੂ u ਪਲਸ at ਸੀ ਨਾ, ਉੱਥੇ ਹੋ ਜਾਊਗਾ gt, s ਇਜ਼ ਇਕੁਅਲ ਟੂ ut ਪਲਸ ਹਾਫ at² ਸੀ ਨਾ, ਉੱਥੇ ਕੀ ਹੋ ਜਾਊਗਾ gt², v² ਮਾਈਨਸ u² ਇਜ਼ ਇਕੁਅਲ ਟੂ 2as 2gs, ਬਾਕੀ ਸਾਰੇ ਰਿਲੇਸ਼ਨ ਸੇਮ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਠੀਕ ਹੈ, ਅੱਜ ਬੇਟੇ ਨਾ ਮੈਂ ਸਕੂਲ ਜਾਣਾ, ਅੱਜ ਫਿਰ ਆਪਾਂ ਇੰਨਾ ਹੀ ਕਵਰ ਕਰੀਏ। ਕਲੀਅਰ ਹੋ ਗਿਆ ਸਾਰਿਆਂ ਨੂੰ? ਚਲੋ ਇਹਨੂੰ ਰਿਵਾਈਜ਼ ਕਰ ਲਿਓ ਚੰਗੀ ਤਰ੍ਹਾਂ ਨਾਲ, ਜਿਹੜੇ ਮੈਂ ਟ੍ਰਿਕਸ ਦੱਸੇ ਉਹਨੂੰ ਸੋਲਵ ਕਰਕੇ ਕਾਪੀ ਦੇ ਉੱਤੇ ਜ਼ਰੂਰ ਆਪਦੇ ਨੋਟਸ ਬਣਾ ਲਿਓ ਆਪਦੇ ਹੱਥ ਨਾਲ, ਅਦਰਵਾਈਜ਼ ਇਹ ਫਿਰ ਭੁੱਲ ਜਾਊਗਾ ਤੁਹਾਨੂੰ। ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ? ਚਲੋ ਠੀਕ ਹੈ ਬੇਟੇ।